जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। दंडौत बंदन अनक बार सर्ब कला समरथ। डोलन ते राखो प्रभु नानक दे कर हथ। नानक नाम निरंजन जान्यो किनी भगत प्रेम लिव लाई। ताते अंगद अंग संग भयो सायर तिन शब्द सुरत की नीव रखाई। गुर अमरदास की अकथ कथा है एक जी कछ कही न जाई। सोडी सृष्ट सकल तारण को अब गुर रामदास को मिली वडाई। गुर अमरदास की अकथ कथा है एक जी कछ कही न जाई। सोडी सृष्ट सकल तारण को अब गुर रामदास को मिली वडाई। सतनाम वाहिगुरु साहिब जीओ। सूही महला तीजा सोहिलड़ा हर राम नाम। गुर शब्दी विचारे राम हर मन तनो गुरमुख भीजै। राम नाम प्यारे राम। हाजरा जोर सहरा जोर सर्वकला भरपूर चवर छत्र तखत दे मालिक धन श्री गुरु ग्रंथ साहब महाराज जी की पावन हजूरी अंदर संध्या वेले दे दीवाना की हाजरी भरदे गुरु प्यारे गुरु सारे सत्संगी जिनों आओ। धन गुरु अमरदास जी के सूही राग विच दर्ज अष्टपदियाँ इन्हां शब्दों की लड़ी का आखिरी शब्द है। उपरंत अज धन गुरु रामदास महाराज जी के सूही राग अंदर दर्ज लमेरे शब्द अष्टपदियाँ उन्हां दी विचार सतगुरु जी कृपा करन आप विच वर्तन कराउण। आप जिन्ने गुरु दरबार विच मौजूद हो जिन्ने घर बैठे देशों विदेशों में सरवण कर रहे हो कोई भी रसना विरबी ना रहे गज बज के गुरु बख्शी फतेह सांझी करो। आखो जी वाहिगुरु जी का खालसा वाहिगुरु जी की फतेह। धन गुरु अमरदास महाराज जी के 7 शब्द सोहिला सोहिलड़ा सुख भरे गीत प्रेम भरी प्रीत भरी बंदगी इहदे ते ही आधारित सन। जिथे पहले शब्द विच असी इस लड़ी दे धन गुरु अमरदास महाराज जी के शब्द के विचार विच इह सरवण कीता सी कि जिहड़ा सोहिला है उही परम सुख देने वाला है। तो फिर धन गुरु अमरदास जी कहते कि कला सोहले गाण वाला मनुख गुरु कोलों ये वादा नहीं लेंदा कि उन्होंने फिर दुख नहीं आएगा। सोहिला भाव ऐसी बख्शिश है दुख ते सुख दे विच सम दृष्टि सम अवस्था रहिंदी है। सोहले का यह भाव है जे मन करके सुख वरत जाए तो बाहर दे दुख फिर इस मानसिक अवस्था के उत्ते हावी नहीं हो सकते। उस तो उपरंत सतगुरु जी ने सोहिलड़ा बहुत रूप दे विच बयान किया। कीर्तन भी एक सोहिला वैसे बाणी का नाम असी सोहिला कहते हैं पर
ਸਾਡੀ ਸਿੱਖ ਰੌ ਰੀਤ ਵਿੱਚ ਉਹ ਕੀਰਤਨ ਸੋਹਿਲਾ ਬਣ ਗਿਆ। ਪਰ ਸ਼ਬਦਾਵਲੀ ਜਾਂ ਲਫ਼ਜ਼ ਅਸੀਂ ਕੀਰਤਨ ਸੋਹਿਲਾ ਨਹੀਂ ਪੜ੍ਹਦੇ, ਕਿੱਥੇ ਲਿਖਿਆ ਨਹੀਂ ਹੋਇਆ। ਪਰ ਉਹ ਕੀਰਤਨ ਤੋਂ ਭਾਵ ਸਿਫਤ ਸਲਾਹ ਰੂਪੀ ਇਸ ਘਰ ਦੇ ਵਿੱਚ ਗਾਵਣ ਵਾਲਾ, ਸਰੀਰ ਰੂਪੀ ਘਰ ਦੇ ਵਿੱਚ ਜਿਹੜਾ ਗਾਏਗਾ ਕਿ ਉਹਨੂੰ ਸੁਖ ਮਿਲੇਗਾ। ਹਉ ਵਾਰੀ ਜਿਤ ਸੁਹਿਲੈ ਸਦਾ ਸੁਖ ਹੋਏ, ਰਹਾਉ ਦੀ ਤੁਕ ਇਹ ਸੋਹਿਲੇ ਦੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਧੰਨ ਗੁਰੂ ਅੰਗਦ ਸਾਹਿਬ ਜੀ ਵੀ ਕਹਿੰਦੇ, ਨਾਨਕ ਤਿਨਾ ਬਸੰਤ ਹੈ ਜਿਨ ਘਰ ਵਸਿਆ, ਕੰਤ ਸੋਹਿਲਾ ਉਹਦਾ ਹੈ ਇਸ ਬਸੰਤ ਦੀ ਰੁੱਤ ਦੇ ਵਿੱਚ ਜਿਹਦੇ ਘਰ ਕੰਤ ਵਸਿਆ। ਜਿੰਤ ਕੇ ਕੰਤ ਦਿਸਾਪੁਰੀ ਸੇ ਅਹਨਸ ਫਿਰ ਹੈ, ਜਲੰਤ ਜਿਹਦੇ ਘਰ ਸੋਹਿਲਾ ਨਹੀਂ ਹੈ, ਸਿਫਤ ਸਲਾਹ ਨਹੀਂ ਹੈ, ਉਹਦੇ ਅੰਦਰ ਅੱਗ ਹੈ। ਵਿਕਾਰਾਂ ਦੀ, ਤ੍ਰਿਸ਼ਨਾ ਦੀ, ਗੁੱਸੇ ਦੀ, ਕ੍ਰੋਧ ਦੀ, ਤਾਤ ਪਰਾਈ ਦੀ, ਨਿੰਦਾ ਚੁਗਲੀ, ਈਰਖਾ ਦੁਆਸ਼, ਅੱਗਾਂ ਕਈ ਤਰ੍ਹਾਂ ਦੀਆਂ ਅੱਗ ਨੇ। ਸਮੁੰਦਰ ਦੇ ਅੰਦਰ ਦੀ ਅੱਗ, ਢਿੱਡ ਦੇ ਅੰਦਰ ਦੀ ਅੱਗ, ਜਠਰ ਅਗਨੀ, ਸਮੁੰਦਰ ਦੇ ਅੰਦਰ ਦੀ ਅੱਗ, ਭੋਜਨ ਪਕਾਉਣ ਵਾਲੀ ਅੱਗ, ਤੇ ਇਹ ਅੰਦਰ ਵਿਕਾਰਾਂ ਦੀ ਵੀ ਅੱਗ ਹੈ। ਸਾਹਿਬ ਜੀ ਅੱਜ ਕਿਰਪਾ ਕਰਦੇ ਸੂਹੀ ਮਹੱਲਾ ਤੀਜਾ ਸੋਹਿਲੜਾ, ਬਹੁਤ ਪਿਆਰਾ ਸੋਹਿਲਾ, ਬਹੁਤ ਪਿਆਰਾ ਗੀਤ, ਜਿਹਨੂੰ ਗਾਉਣ ਦੇ ਨਾਲ ਮੇਰੇ ਅੰਦਰ ਦੀ ਮੈਲ ਉਤਰਦੀ ਹੈ। ਤੇ ਮੈਨੂੰ ਪਤਾ ਲੱਗਦਾ ਹੈ ਕਿ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸੱਦਨ ਹਾਰਾ ਸਿਵਰੀਏ ਨਾਨਕ ਸੇ ਦੇਹ ਅਵਨ। ਇਹ ਸੋਹਿਲਾ ਮੈਂ ਗਾਉਂਦੀ ਹਾਂ ਤੇ ਮੈਨੂੰ ਪਤਾ ਲੱਗਦਾ ਦਿਨ ਸਾਰਿਆਂ ਤੇ ਆਉਣਾ, ਦਿਨ ਮੇਰਾ ਵੀ ਆਉਣਾ। ਮੈਨੂੰ ਮੇਰੀ ਔਕਾਤ ਦਾ ਪਤਾ ਹੁੰਦਾ। ਇਹ ਸੁਖ ਦਿੰਦਾ ਸੋਹਿਲਾ। ਸੋਹਿਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ। ਧੰਨ ਗੁਰੂ ਅਮਰਦਾਸ ਜੀ ਹੋਰ ਪਰਾਂ ਦੀ ਗੱਲ ਰੱਖਦੇ ਆ। ਜਿੱਥੇ ਇਹ ਪ੍ਰਭੂ ਦੀ ਉਸਤਤ ਗਾਉਣੀ ਸੋਹਿਲਾ ਹੈ, ਪ੍ਰਭੂ ਦੀ ਉਸਤਤ ਦੇ ਵਿਚਾਰ, ਸ਼ਬਦ ਦਾ ਵਿਚਾਰ ਕਰਨਾ, ਸਤ ਸੰਗਤ ਦੇ ਵਿੱਚ ਬੈਠ ਕੇ ਇਹ ਸਤਸੰਗੀ ਜਨਾਂ ਦੇ ਵਿੱਚ ਰਲ ਕੇ ਗੁਰੂ ਦੇ ਸ਼ਬਦ ਨੂੰ ਵਿਚਾਰ ਲੈਣਾ, ਮਹਾਰਾਜ ਜੀ ਕਹਿੰਦੇ ਇਹ ਸਭ ਤੋਂ ਵੱਡਾ ਸੁੱਖ ਦਿੰਦਾ। ਇਹ ਸਭ ਤੋਂ ਵੱਡਾ ਸੁੱਖ ਹੈ। ਸੋਹਿਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ। ਗੁਰੂ ਦੀ ਸ਼ਬਦ ਦੀ ਵਿਚਾਰ ਇਹ ਸੁੱਖ ਦੇਣ ਵਾਲੀ ਹੈ। ਹਰ ਮਨ ਤਨੋਂ ਗੁਰਮੁਖ ਭੀਜੈ, ਇਹ ਭਿੱਜ ਜਾਂਦਾ ਮਨ। ਹਰ ਕਾ ਨਾਮ ਧਿਆਇ ਕੈ ਹੋ ਹਰਿਆ ਭਾਈ। ਕਰਮ ਲਿਖਣ ਤੇ ਪਾਈ ਹੈ ਇਹ ਰੁੱਤ ਸੁਹਾਈ। ਕਰਮਾਂ ਦੇ ਨਾਲ ਇਹ ਰੁੱਤ ਸੁਹਾਈ ਬਣੇਗੀ। ਨਹੀਂ ਤੇ ਜੇ ਕਰਮ ਨਾ ਹੋਣ ਤੇ ਬਸੰਤ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੀ ਵਨਸਪਤੀ ਹੈ ਜਿਹੜੀ ਨਹੀਂ ਖਿੜਦੀ, ਤੇ ਬਸੰਤ ਦੇ ਵਿੱਚ ਵੀ ਕਈ ਇਸ ਤਰ੍ਹਾਂ ਦੇ ਮਨੁੱਖ ਨੇ ਜਿਹੜੇ ਬੰਦਗੀ ਦੇ ਵਿੱਚ ਨਹੀਂ ਜੁੜਦੇ। ਇਹ ਕਰਮ ਹੈ ਜੀ। ਕਰਮ ਦੇ ਨਾਲ ਗੁਰੂ ਦੇ ਸਨਮੁਖ ਬੈਠੇ ਮਨ ਭਿੱਜਿਆ ਜਾਏਗਾ। ਕਿਹਦੇ ਵਿੱਚ? ਰਾਮ ਨਾਮ ਪਿਆਰੇ ਰਾਮ, ਪ੍ਰਭੂ ਦੇ ਪਿਆਰ ਦੇ ਵਿੱਚ ਜੀ। ਰਾਮ ਨਾਮ ਪਿਆਰੇ ਸਭ ਕੁਲ ਉਧਾਰੇ, ਰਾਮ ਨਾਮ ਮੁਖ ਬਾਣੀ, ਆਵਣ ਜਾਣ ਰਹੇ ਸੁਖ ਪਾਇਆ, ਕਰ ਅਨਹਦ ਸੁਰਤ ਸਮਾਣੀ। ਰਾਮ ਨਾਮ ਪਿਆਰੇ ਸਭ ਕੁਲ ਉਧਾਰੇ। ਇੱਥੇ ਕੁਲ ਫਿਰ ਸਿੱਖ ਦੀ, ਉਹਦੇ ਮਾਤਾ ਪਿਤਾ, ਉਹਦੇ ਪੁੱਤਰ ਧੀ ਪੋਤਰੇ ਇਹ ਨਹੀਂ ਰਹਿੰਦੇ, ਕਿਉਂਕਿ ਬੜਾ ਫਰਕ ਹੈ ਕਾਮਨਾ ਦੇ ਵਿੱਚ ਤੇ ਤ੍ਰਿਸ਼ਨਾ ਦੇ ਵਿੱਚ। ਭਗਤ ਜੀ ਕਾਮਨਾ ਦੇ ਵਿੱਚ ਮੰਗਦੇ ਆ। ਕੀ ਕੀ ਮੰਗਦੇ ਆ? ਦਾਲ, ਸੀਧਾ, ਸਭ ਕੁਛ। ਇੱਥੋਂ ਤੱਕ ਸਿਰ ਆਨਾ ਅਵਰ ਤਲਾਈ, ਇੱਥੋਂ ਤੱਕ ਕਿ ਘਰ ਕੀ ਗੀਹਨ ਚੰਗੀ, ਸਾਰਾ ਸਾਰਾ ਕੁਝ ਮੰਗਿਆ। ਕਬੀਰ ਸਾਹਿਬ ਨੇ ਤੇ ਸਭ ਕੁਝ ਬੇਪਰਵਾਹ ਹੋ ਕੇ ਮੰਗਿਆ। ਕਹਿੰਦੇ ਮੰਗਣਾ ਫਿਰ ਰੱਬ ਤੋਂ ਹੀ ਮੰਗੀਏ। ਉਹਨਾਂ ਲੋਕਾਂ ਤੋਂ ਕਿਉਂ ਮੰਗੀਏ ਜਿਹੜੇ ਚੁਰਾਹੇ ਤੇ ਵੰਡਦੇ ਨੇ ਤੇ ਆਉਂਦੇ ਰੱਬ ਕੋਲੋਂ ਮੰਗਣ ਵਾਸਤੇ, ਤੇ ਇੱਥੋਂ ਲੈ ਕੇ ਤੇ ਫਿਰ ਚੁਰਾਹੇ ਵਿੱਚ ਦੁਨੀਆ ਦੇ ਲੋਕਾਂ ਨੂੰ ਕਹਿੰਦੇ ਅਸੀਂ ਦਾਨੀ ਹੋ ਗਏ। ਕਬੀਰ ਸਾਹਿਬ ਕਹਿੰਦੇ ਮੈਂ ਉਹਨਾਂ ਕੋਲੋਂ ਨਹੀਂ ਮੰਗਦਾ। ਇੰਨਾ ਕੁਝ ਮੰਗ ਕੇ ਦੁਨੀਆ ਦੇ ਲੋਕ ਕਹਿਣਗੇ ਕਬੀਰ ਸਾਹਿਬ ਲਾਲਚ ਕਰਨ ਲੱਗ ਗਏ। ਕਬੀਰ ਸਾਹਿਬ ਵੀ ਅੰਦਰੋਂ ਲੋਭ ਵਿੱਚ ਆ ਗਏ, ਰੱਬ ਤੋਂ ਕੀ ਮੰਗਣ ਲੱਗ ਗਏ। ਪਰ ਕਬੀਰ ਸਾਹਿਬ ਕਹਿੰਦੇ ਮੈਂ ਨਾ ਹੀ ਕੀਤਾ, ਲੱਭ ਨਹੀਂ ਕੀਤਾ ਮੈਂ ਭਾਈ। ਬੜਾ ਫਰਕ ਹੈ ਕਾਮਨਾ ਤੇ ਤ੍ਰਿਸ਼ਨਾ ਵਿੱਚ। ਤ੍ਰਿਸ਼ਨਾ ਦੇ ਵਿੱਚ ਗ੍ਰਸਿਆ ਹੋਇਆ ਮਨੁੱਖ ਸਾਰੀ ਕੁਲ ਵਾਸਤੇ ਮੰਗਦਾ, ਮੇਰੀ ਪਹਿਲੀ, ਦੂਸਰੀ, ਤੀਸਰੀ, 10ਵੀਂ ਪੀੜ੍ਹੀਆਂ ਤੱਕ ਬਹਿ ਕੇ ਖਾਣ। ਪਰ ਇੱਕ ਭਗਤ ਪਤਾ ਕੀ ਮੰਗ ਰਿਹਾ? ਦੋਏ ਸਿਰ ਮੰਗੋ ਚੂਨਾ, ਬਸ 2 ਸੇਰ ਦੇ ਦੇ ਆਟਾ। ਇਹ ਤ੍ਰਿਸ਼ਨਾ ਨਹੀਂ ਹੈ, ਕਿਉਂਕਿ ਇਹਦੇ ਵਿੱਚ ਤ੍ਰਿਸ਼ਨਾ ਤਾਂ ਹੁੰਦੀ ਜੇ ਕਬੀਰ ਸਾਹਿਬ ਕੁੱਲਾਂ ਦੀ ਕੁੱਲਾਂ ਦਾ ਮੰਗ ਲੈਂਦੇ। ਇਹ ਫਰਕ ਹੈ ਕਾਮਨਾ ਦੇ ਵਿੱਚ ਤੇ ਤ੍ਰਿਸ਼ਨਾ ਦੇ ਵਿੱਚ। ਦੋਏ ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਪਾਓ। ਕਹਿੰਦੇ ਪਾਈਆ ਪੜ੍ਹ ਕੇ ਆਏ ਆ ਪਿੱਛੇ, ਤੇ ਲੂਣ ਦੀ ਕੋਈ ਲਿਮਿਟ ਨਹੀਂ ਰੱਖੀ। ਪਾਈਆ ਘੀ ਦੇ ਦੇ, ਲੂਣ ਜਿੰਨਾ ਮਰਜ਼ੀ ਦੇ ਦੇ, ਕਿਉਂਕਿ ਮੈਨੂੰ ਸਵਾਦ ਦਾ ਕੋਈ ਮਸਲਾ ਨਹੀਂ ਹੈ।
ਮੈਨੂੰ ਕਿਉਂਕਿ ਬੰਦਗੀ ਕਰਨੀ ਹੈ। ਕਾਮਨਾ ਵੀ ਬੰਦਗੀ ਲਈ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਹੈ, ਕਾਮਨਾ ਕੱਲੀ ਦੁਨਿਆਵੀ ਨਹੀਂ ਹੁੰਦੀ, ਭਗਤ ਦੇ ਅੰਦਰ ਬੰਦਗੀ ਦੀ ਵੀ ਕਾਮਨਾ ਦ੍ਰਿੜ ਹੋਣੀ ਚਾਹੀਦੀ, ਕਿਉਂਕਿ ਕਾਮਨਾ ਕਦੀ ਮਰ ਨਹੀਂ ਸਕਦੀ। ਇੱਕ ਕਵੀ ਇੱਕ ਕਵਿਤਾ ਲਿਖਦਾ, ਕਾਮਨਾ ਹੈ। ਇੱਕ ਮੂਰਤੀਕਾਰ ਮੂਰਤੀ ਘੜ ਰਿਹਾ, ਕਾਮਨਾ ਹੈ। ਕਾਮਨਾ ਦੇ ਕਈ ਰੂਪ ਨੇ, ਪਰ ਉਹ ਕਾਮਨਾ ਮੋਹ ਵਾਲੀ ਘਟ ਕੇ ਤੇ ਗੁਰੂ ਵਾਲੀ ਵੱਧ ਜਾਏ, ਬਸ ਤਾਕਤ ਉਹੀ ਹੈ, ਸ਼ਕਤੀ ਉਹੀ ਹੈ, ਜੋਤ ਉਹੀ ਹੈ। ਇਸ ਕਰਕੇ ਖਾਟ ਮੰਗੋ ਚੌਪਾਈ, ਸਿਰ ਆਨਾ ਅਵਰ ਤਿਲਾਈ, ऊपर को मांगो खीदा, तेरी भगत करे जन सीधा, मैं ना ही कीता लभो, एक नाम तेरा मैं फबो। फबदा मैनू नाम है, इस करके मैं मंग रहा ताकि तेरी बंदगी मैं प्यार नाल ढिड दी पूर्ति दे नाल कर सकां। ये फर्क है जी, गुरु अमरदास जी कहते इत्थे ये फर्क है कामना ते तृष्णा दे विच। ते फिर जिहड़े तृष्णा रखते ने उन्हां दी कुल उन्हां दे पुत्तर धीआं तक सीमित हो जाती है। गुरु अमरदास जी कहते जिहड़े बंदगी की कामना रखते हैं तो फिर उहदे लई उहदी अवस्था उहदी कुल पता किहड़ी हुंदी है, गुरु के सिखां दी, गुरु की संगत ही कुल बन जाती है। आ फर्क पै जाता है। वो ये कहता है कि मेरे हर प्रीतम की कोई बात सुनावै, सो भाई सो मेरा वीर। इत्थे कुल मैं इसलिए थोड़ा जा इस विषय नूं खोलिया कि कुल किथे ये ना समझ लियो कि साडा परिवार, सतगुरु जी कहते जिस संगत विच असीं आ गए हुण साडी पत मित गत ये कुल ये सारी गुरु दे सिखां वाली होगी। आप भी तरदे हैं तो होरां नूं भी तारदे हैं। राम नाम प्यारे सब कुल उधारे, आप भी जपदे हैं तो दूसरिਆਂ नूं भी जपाउंदे हैं। राम नाम मुख बाणी ते प्रभु दा नाम, प्रभु दे सिख दे मूँह दे उत्ते बाणी दा ही रूप है, जिहड़ा दिन रात गा रहा है। आवो सिख सतगुर के प्यारे हो गावो, वो सच्ची बाणी गा रहा। बाणी तां गावो गुरु केरी, होर नहीं, क्योंकि ये बाणी केड़ी है, बाणियां सिर बाणी। तो फिर भावें बसंत का महीना होए ते भावें जेठ हाड़ होए, जिनको नदर करम होवै हिरदय तिना समाणी। बसंत के अंदर भी अग लग सकती है हिरदे च जे नाम नहीं है, तो जेठ हाड़ का महीना भी ठंड ऐन सुखी वाला हो सकता है। क्योंकि गुरु नानक साहब महाराज जी कहते जिनी सखी शोहराव्या से अंबी छावड़िए जियो, अंबा की छां भी माणदे ने। खैर सुला सतगुरु जी कहते हैं कि उन्होंने मुख के उत्ते प्रभु की बाणी होंदी है तो दुख सुख सम हो जाता है। बिल्कुल आवन जान रहे सुख पाया, कर अनहद सुरत समाणी जियो। उन्होंने ये पता लग गया कि कल्ले अनहद वाजे प्रगट हो जाने एक सिख की परम अवस्था नहीं है। सिख की परम अवस्था यह है कि सिख नूं कोई आके आए कहे कि मेरी मदद कर दे, वो कहता छड्ड मैं सिमरन कर रहा। तो एक बिसिमरन वाला जिहड़ा सिमरन ना करता होए वो कहे चल मैं तेरी मदद कर देना, भावें वो सिख भी ना होए। फिर अनहद वाजे किदे ने किदे नहीं। महाराज जी ये कहते कि अनहद वो अवस्था है, मुबारक है, बहुत जरूरी है ये अवस्था। पर इन्हां अनहद अंदर दी रहो रीत दे नाल प्रभु जी कहते साडे गुण भी निर्मल होने चाहिए, साडे अंदर दी भावना ते बाहर दा प्रगटावा। ये सतगुरु जी कहते कि जद कुल ही सारी साड़ी अपनी हो गई, भाई सो वीर हो गई, सतगुरु जी कहते इस रूप च अनहद सुरत समाणी। फिर प्रभु दी उस अडोल बंदगी दे विच, अटल बंदगी दे विच सुरत समाई जाएगी जी। हर हर एको पाया हर प्रभ, नानक किरपा तारे, सोहिलड़ा हर राम नाम, गुर शब्दी विचारे। इक्को दी प्रीत सवेरे भी जिक्र किया सी, जे एक दी बांह फड़ लीए ना फिर पार उतर जावांगे। जे दवल्ली थाई बांह फड़ातियां ना, दवल्ली थाई फिर बांह ही आडा हो जाणगियां, इधर भी ते उधर भी। धन गुरु अमरदास जी कहते इक्को नूं फड़ लो, बस एक दे लड़ लग जाओ। हर हर एको पाया हर प्रभ, नानक किरपा तारी। ओह प्रभु इक्को ही है, उस रूप नूं जे प्राप्त करना है, सोहिलड़ा हर राम नाम, गुर शब्दी विचारे। गुरु अमरदास जी कहते मैं बलहार जाऊँगा उन्हां गुरसिखां तो, उन्हां प्यारे जिग्यासियां तो जिहड़े गुरु दी शब्द विचार दे विच सुख माणदे ने ते अपने मन नूं टिकाउंदे ने जी। हम नीवी प्रभ अत ऊंचा, क्यों कर मिलिया जाए राम, गुर मेली बहु किरपा तारी,
हर कै शब्द सुपाए राम। हम नीवी प्रभ अत ऊंचा, हम मैले तुम उजल करते। इस रूप दे विच सब अवगुण मैं गुण नहीं कोई, क्यों कर कंत मिलावा होई। क्योंकि मेरे कोल ना कोई रूप है, ना सोने नैण ने, ते ना मेरी कुल जात उच्ची है, ते ना मेरे मीठे बैण ने, ना मेरे मीठे बोल ने। सतगुरु जी कहते सब अवगुण मैं गुण नहीं कोई, क्यों कर कंत मिलावा होई। ना मैं रूप, ना बंके नैण, ना कुल ढंग, ना मीठे बैण, कुछ भी नहीं है। मीठे बैणा भी नहीं है, मिठे बचन भी नहीं है। इस करके हम नीवी प्रभ अत ऊंचा। अत ऊंचा ताका दरबारा, अंत नहीं किछ पारा वारा। सुहावी, सुहावी का मतलब कौन सो वेला, केड़ा ऐसा चंगा वेला आएगा। सुहब 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 सुहबी अपने प्रीतम के हों रंग रंगी। कहते केड़ा वेला आएगा जब मैं अपने प्रीतम दे रंग च रंगी जावांगी। सुहावी कौन सो वेला जित प्रभ मेला, जब मैनू मेरा प्रभु मिले। क्योंकि हम मैले तुम उजल करते, हम निर्गुण तू दाता, हम मूर्ख तुम चतुर सियाणे, तू सर्व कला का ज्ञाता। माधो हम ऐसे तू ऐसा, माधो हम ऐसे तू ऐसा, माधो हम ऐसे तू ऐसा। करोड़ा वारी जे असी कहिए ना माधो हम ऐसे तू ऐसा। हम नीवी प्रभ अत ऊंचा, ये हाल है प्रभु जी, किवें मिलांगे। हम नीवी प्रभ अत ऊंचा, क्यों कर मिलिया जाए राम। किवें मिलांगे, किवें मिलिया जाए। तो सतगुरु जी कहते गुर मेली बहु किरपा धारी। जिमें विआह कराउण लई विचोला हुंदा है ना, तो बड़ा प्यारा लफ्ज़ है। विचोले का मतलब है विच ओला रख ले जिहड़े गल्लां दा, दोनों पासों। हाँ नीवी आ पर गुरु विचोला मिल गया। जैसा सतगुर सुनीदा तैसो ही मैं डीठ, विछड़िया मेले प्रभु हर दरगह का बसीठ। दिता की हर नामो मंत्र दृढ़ाएंदा, कट्टे हौमै रोग नानक सतगुर तिना मिलायन, जिन धुरेत पिया संजोग। गुरु ने ये किया, एक गुरु का मंत्र देता, नीवे तो उच्चा कर दिता, खालस बना दिता। इनू क्या सतगुरु जी कहते गुर मेली बहु किरपा धारी, हर कै शब्द सुभाए राम। मैनू गुरु मिल गया। गुरु ने क्या आ शब्द लै लै, इनू दिन राती पढ़, मन निर्मल होएगा, ते तू गुरु दे प्रभु दे दरबार च सुभाए सोहनी बन जाएंगी जी। मिल शब्द सुभाए आप गवाए, रंग स्यों रलियां माणे। सेज सुखाली जा प्रभ पाया, हर हर नाम समाने। इस करके गुरु अमरदास जी कहते मेरे शब्द सुभाए, मिल के सुरत रूपी मिल के। आवो भैणे गल मिल है मिल के, एक शब्द विचारिए जा तू ता क्या होर मिल के। जाए पुछो सुहागणी तुसी राविया मिल के पुछया। तो सतगुरु जी यही कहते मिल शब्द दद्दे नूं सिहारी है, शब्द दे विच सुरत नूं ऐन गढ़ लो, सुरत भजे ना फिर हूँ। मिल शब्द सुभाए आप गवाए, रंग स्यों रलियां माणे। रंग मान लै प्यालै प्यारिया, जां जोबन नूं हुला, दिन थोड़ड़े थके भया पुराना चोलड़ा। कहते बड़े घट दिन ने ते रंग मान लै, आ शब्द नूं ध्या लै। इस करके हुणे तो हुणे ध्या। सतगुरु जी कहते सेज सुखाली जां प्रभ भया पाया, हर हर नाम समाणे। फिर मेरे अंदर मेरी सेज जड़ी है, आडंबर बनिया, मन आनंद भया। प्रभ आगम सुनिया, अपनी हिरदे रूपी सेज नूं पवित्र कर, तैयार कर। ते सतगुरु जी कृपा करनगे, इस सेज दे उत्ते नाम शब्द रूपी प्रभु आप आके समाउणगे जी। नानक सुहागण सावड भागी, जे चलै सतगुर पाए। हम नीवी प्रभ अत ऊंचा, क्यों कर मिलिया जाए राम। नानक सुहागण सावड भागी, ਵੱਡੇ ਭਾਗਾਂ वाली हो गई, सुहागण बन गई। कि जाए पुछो सुहागणी वाहे, किनी बाती शो पाई है। तो फिर किनी बाती शो पाई है, जो किछ करे सो भला करमानी। ये है सुहागण की अवस्था। ये है नानक सुहागण राणे नूं सिहारी है, बन गई है, सुहाग दे विच रत्ती गई है। सावड भागी जे चलै सतगुर भाए, जो किछ करे
ਸੋ ਭਲਾ ਕਰਮਾਨੀ। ਸਤਿਗੁਰ ਦੇ ਪਿਆਰ ਦੇ ਵਿੱਚ ਤੁਰ ਪਈ ਤੇ ਫਿਰ ਆਖੇ ਹਮ ਐਸੇ ਤੂੰ ਐਸਾ। ਹਮ ਨੀਵੀਂ ਪ੍ਰਭ ਅਤ ਉੱਚਾ। ਹਮ ਨੀਵੀਂ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ। ਮੈਂ ਕਿਵੇਂ ਮਿਲਾਂ ਪ੍ਰਭੂ ਤੈਨੂੰ? ਤੇ ਫਿਰ ਪ੍ਰਭੂ ਕਹਿੰਦਾ ਗੁਰੂ ਨੂੰ ਆ ਕੇ ਮਿਲ। ਤੇ ਕਿਵੇਂ ਮਿਲ? ਗੁਰੂ ਅਮਰਦਾਸ ਜੀ ਕਿਰਪਾ ਕਰਦੇ ਨੇ ਜੀ। ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਤਾਰੋ ਰਾਮ। ਇਕ ਨਾ ਪ੍ਰਭ ਦੂਰ ਵਸੈ, ਇਕ ਨਾ ਮਨ ਆਧਾਰੋ ਰਾਮ। ਸਾਰਿਆਂ ਦੇ ਅੰਦਰ ਪ੍ਰਭੂ ਵਸਦਾ, ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਤਾਰੋ ਰਾਮ। ਏਕੋ ਰਾਮ, ਇੱਕੋ ਹੀ ਹੈ, ਦੂਸਰਾ ਨਹੀਂ ਹੈ। ਤੇ ਇਹ ਭਾਵਨਾ ਹੈ ਫਿਰ ਸਾਰੇ ਇੱਕੋ ਵਰਗੇ ਦਿਸਣ, ਭੇਦ ਖਤਮ ਹੋ ਜਾਏ। ਹੈ ਬੜੀ ਅਗਮੀ ਅਵਸਥਾ, ਜੇ ਕਿਰਪਾ ਕਰਨ ਤੇ ਇਹ ਸੰਤ ਰੂਪੀ ਅਵਸਥਾ, ਸਾਧ ਰੂਪੀ ਅਵਸਥਾ ਕਿਸੇ ਸਿੱਖ ਨੂੰ ਵਰਤਣ, ਸਿੱਖ ਵਿੱਚ ਵਰਤਾਉਣ। ਇੱਕ ਨਾ ਪ੍ਰਭ ਦੂਰ ਵਸੈ, ਇੱਕ ਨਾ ਮਨ ਆਧਾਰੋ ਰਾਮ। ਤੇ ਫਿਰ ਇਹ ਅਵਸਥਾ ਹੋਗੀ ਮਨਮੁਖ ਤੇ ਗੁਰਮੁਖ ਦੀ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਫਿਰ ਇਸ ਰੂਪ ਦੇ ਵਿੱਚ ਇੱਕ ਨਾ ਦੁੱਧ ਸਮਾਇਣ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਵਣ, ਇੱਕ ਉੱਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਇੱਕ ਕੜੀ ਜਾ ਰਹੇ ਨੇ ਤੇ ਇੱਕ ਸਮਾ ਗਏ ਨੇ, ਇੱਕ ਟੁੱਟੇ ਹੋਏ ਨੇ ਤੇ ਇੱਕ ਜੁੜ ਗਏ ਨੇ। ਇਸ ਕਰਕੇ ਇਹ ਪ੍ਰਭੂ ਦੀ ਹੀ ਕਲਾ ਹੈ। ਇੱਕ ਨਾ ਪ੍ਰਭ ਦੂਰ ਵਸੈ, ਇੱਕ ਨਾ ਮਨ ਆਧਾਰੋ ਰਾਮ। ਇੱਕ ਨਾ ਮਨ ਆਧਾਰੋ ਸਿਰਜਣਹਾਰੋ ਵਡ ਭਾਗੀ ਗੁਰ ਪਾਇਆ। ਇਹ ਅੱਗੇ ਸਰਵਣ ਕਰੀਏ ਜੀ ਆਪਾਂ। ਇਕ ਨਾ ਮਨ ਆਧਾਰੋ ਸਿਰਜਣਹਾਰੋ ਵਡ ਭਾਗੀ ਗੁਰ ਪਾਇਆ। ਘਟ ਘਟ ਹਰ ਪ੍ਰਭ ਏਕੋ ਸੁਆਮੀ, ਗੁਰਮੁਖ ਅਲਖ ਲਖਾਇਆ। ਵੱਡੇ ਭਾਗਾਂ ਨਾਲ ਇੱਕ ਦੀ ਪ੍ਰਾਪਤੀ ਹੋਈ। ਹਰ ਘਟ ਦੇ ਵਿੱਚ ਇੱਕੋ ਹੀ ਪ੍ਰਭੂ ਦਿਸਣ ਲੱਗ ਗਿਆ। ਗੁਰੂ ਦੇ ਸਨਮੁਖ ਬੈਠ ਕੇ ਉਹ ਅਲਖ ਪ੍ਰਭੂ, ਜਿਹੜਾ ਲਖਿਆ ਨਹੀਂ ਜਾ ਸਕਦਾ ਗਿਆਨ ਇੰਦਰੀਆਂ ਦੇ ਵਿੱਚ, ਪ੍ਰਭੂ ਨੇ ਅਕਥ ਨੂੰ ਵੀ ਕਥਾ ਦਿੱਤਾ ਜੀ। ਸਹਜੇ ਆਨੰਦ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ। ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਤਾਰੋ ਰਾਮ। ਹੁਣ ਸਹਿਜ ਤੇ ਆਨੰਦ ਇਕੱਠਾ ਆਇਆ। ਜੇ ਆਨੰਦ ਸਾਹਿਬ ਗੁਰੂ ਅਮਰਦਾਸ ਜੀ ਦੀ ਪੜਾਂਗੇ ਤੇ ਪਤਾ ਲੱਗ ਜਾਏਗਾ। ਆਨੰਦ ਬਾਣੀ ਦੇ ਵਿੱਚ ਸਹਿਜ ਬਹੁਤ ਜ਼ਰੂਰੀ ਹੈ, ਤੇ ਜਿੱਥੇ ਸਹਿਜ ਹੈ ਉੱਥੇ ਹੀ ਆਨੰਦ ਹੈ। ਦੋਨੋਂ ਚੀਜ਼ਾਂ ਇੱਕ ਦੂਸਰੇ ਦੀ ਲਖਾਇਕ ਨੇ ਕਿ ਆਨੰਦ ਹੈ ਤੇ ਸਹਿਜ ਬਣੇਗਾ। ਤੇ ਫਿਰ ਜੇ ਸਹਿਜ ਹੈ ਤੇ ਆਨੰਦ ਦੀ ਅਵਸਥਾ ਪੂਰਨ ਰੂਪ ਦੇ ਵਿੱਚ ਪ੍ਰਾਪਤ ਹੋਏਗੀ। ਕਿਉਂਕਿ ਜਿੱਥੇ ਆਨੰਦ ਹੈ ਫਿਰ ਉੱਥੇ ਆਨੰਦ ਹੀ ਹੈ। ਆਨੰਦ ਤੋਂ ਬਾਅਦ ਪਰਮਾ ਆਨੰਦ ਦੀ ਪ੍ਰਾਪਤੀ ਹੈ। ਕਰਮੀ ਸਹਿਜ ਨਾ ਉਪਜੈ, ਵਿਣ ਸਹਿਜੈ ਸਹਿਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੈ ਸੰਜਮ, ਰਹਿ ਕਰਮ ਕਮਾਏ। ਸਹਿਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਏ। ਤੇ ਫਿਰ ਕਹੋ ਨਾਨਕ ਗੁਰ ਪ੍ਰਸਾਦੀ, ਸਹਿਜ ਉਪਜੈ ਇਹ ਸਹਿਸਾ ਇਹ ਵਜਾਏ। ਜਿੱਥੇ ਡਰ ਹੈ, ਸਹਿਮ ਹੈ, ਭਉ ਹੈ, ਸਤਿਗੁਰੂ ਜੀ ਗੁਰੂ ਅਮਰਦਾਸ ਜੀ ਕਹਿੰਦੇ ਸਹਿਜ ਪੈਦਾ ਨਹੀਂ ਹੋ ਸਕਦਾ। ਇਹਦਾ ਮਤਲਬ ਜਿੱਥੇ ਆਨੰਦ ਹੈ ਉੱਥੇ ਹੀ ਸਹਿਜ ਪੈਦਾ ਹੋਏਗਾ। ਕਿਉਂਕਿ ਜਿੱਥੇ ਆਨੰਦ ਨਹੀਂ ਹੈ ਇਹਦਾ ਮਤਲਬ ਉੱਥੇ ਸਹਿਮ ਹੈ, ਔਰ ਇਹ ਸਹਿਮ ਕਿਸੇ ਸੰਜਮ ਨਾਲ ਦੂਰ ਨਹੀਂ ਹੋਏਗਾ। ਤੇ ਗੁਰੂ ਅਮਰਦਾਸ ਜੀ ਮੈਂ ਕਹਿੰਦੇ ਕਿ ਸਹਿਜੇ ਆਨੰਦ, ਸਹਿਜ ਰੂਪ ਦੇ ਵਿੱਚ ਆਨੰਦ ਦੀ ਪ੍ਰਾਪਤੀ ਕਰੋ, ਕਾਲ ਨਾ ਕਰੋ। ਜ਼ਿੰਦਗੀ ਦੀ ਹਰ ਇੱਕ ਰੌ ਰੀਤ ਵਿੱਚ ਸਹਿਜ ਪੈਦਾ ਹੋਏਗਾ। ਸਹਿਜੇ ਆਨੰਦ ਹੋਆ ਮਨ ਮਾਨਿਆ, ਨਾਨਕ ਬ੍ਰਹਮ ਵਿਚਾਰੋ। ਫਿਰ ਉਹ ਬ੍ਰਹਮ ਜਿਹੜਾ ਸਾਰਿਆਂ ਦੇ ਵਿੱਚ ਲਖਾਇਕ ਹੈ, ਸਾਰਿਆਂ ਦੇ ਵਿੱਚ ਵਸਿਆ ਫਿਰਦਾ ਹੈ, ਉਹਦੀ ਵਿਚਾਰ ਉਹ ਗੁਰਸਿੱਖ ਕਰ ਲੈਂਦਾ ਹੈ ਜੀ। ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਇਆ ਰਾਮ। ਹਰ ਧੂੜ ਦੇਵੋ ਮੈਂ ਪੂਰੇ ਗੁਰ ਕੀ, ਹਮ ਪਾਪੀ ਮੁਕਤ ਕਰਾਇਆ ਰਾਮ। ਹਾਂਜੀ, ਇੱਕ ਤੁਕ ਪਹਿਲਾਂ ਸਹਿਜ ਦੀ ਅਵਸਥਾ, ਬ੍ਰਹਮ ਦੀ ਵਿਚਾਰ ਇਕੱਠੇ ਨੇ। ਸਹਿਜ ਆਨੰਦ ਹੋ ਗਿਆ ਤੇ ਬ੍ਰਹਮ ਵਿਚਾਰਿਆ ਗਿਆ। ਕਿਉਂਕਿ ਬੱਧਾ ਚੱਟੀ ਕਾਲ ਦੇ ਵਿੱਚ ਉਥਲ ਪੁਥਲ ਹੈ ਮਨ ਦੀ, ਫੁਰਨੇ ਬਣੀ ਫਿਰਦੇ ਨੇ, ਚਿੰਤਾ ਵੀ ਹੈ, ਹਾਏ ਹਾਏ ਵੀ ਹੈ, ਤਰਾਹੇ ਤਰਾਹੇ ਕਰੀ ਫਿਰਦੇ ਹਾਂ, ਕਈ ਮਾਨਸਿਕ ਰੋਗ ਨੇ। ਮਹਾਰਾਜ ਜੀ ਕਹਿੰਦੇ ਬ੍ਰਹਮ ਵਿਚਾਰ ਕਿੱਥੋਂ ਕਰ ਲਓਗੇ ਤੁਸੀਂ? ਬ੍ਰਹਮ ਦੀ ਵਿਚਾਰ ਲਈ ਤੇ ਇੰਨਾ ਠਰਮਾ, ਇੰਨਾ ਇਕਾਂਤ, ਇੰਨੀ ਇਕਾਗਰਤਾ ਚਾਹੀਦੀ
ਜਿਸ ਅਵਸਥਾ ਦੇ ਵਿੱਚ ਇੱਕ ਇਨਸਾਨ, ਇੱਕ ਆਮ ਇਨਸਾਨ ਕਹੇ ਕੀ ਕਰਨਾ ਹੈ, ਕੁਛ ਨਹੀਂ। ਤੇ ਕੁਛ ਨਹੀਂ ਦਾ ਮਤਲਬ ਕਿ ਉਹ ਫਿਰ ਉਸ ਕੁਛ ਨਹੀਂ ਦੇ ਵਿੱਚ ਉਹ ਕੁਛ ਦੀ ਪ੍ਰਾਪਤੀ ਕਰ ਰਿਹਾ ਹੈ ਜਿਹਦੀ ਪ੍ਰਾਪਤੀ ਕਿਸੇ ਨੇ ਨਹੀਂ ਕੀਤੀ। ਜੇ ਤੁਸੀਂ ਬਹੁਤੇ ਬੰਦਗੀ ਕਰਨ ਵਾਲਿਆਂ ਦੀਆਂ ਜੀਵਨੀਆਂ ਪੜ੍ਹੋਗੇ ਤੇ ਅਕਸਰ ਉਹ ਕਹਿੰਦੇ ਆ ਕਿ ਜਦ ਅਸੀਂ ਕੁਝ ਨਹੀਂ ਕਰ ਰਹੇ ਹੁੰਦੇ ਤਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ। ਵੈਨ ਵੀ ਹੈਵ ਨਥਿੰਗ ਟੂ ਡੂ, ਇਹਦਾ ਮਤਲਬ ਕਿ ਅੰਦਰ ਸਹਿਜ ਤੇ ਆਨੰਦ ਉਸ ਵੇਲੇ ਬਣੇਗਾ ਜਦ ਕੁਛ ਨਹੀਂ ਹੈ। ਜਦ ਕੁਛ ਵੀ ਅੰਦਰ ਚੱਲ ਰਿਹਾ ਹੋਏਗਾ ਫਿਰ ਤੇ ਇੱਕ ਓੰਕਾਰ ਤੇ ਜਿਨੀ ਨਾਮ ਧਿਆਇਆ ਨਹੀਂ ਪਤਾ ਲੱਗਣਾ। ਫਿਰ ਤੇ ਸਤਿਗੁਰ ਜੀ ਇਹ ਕਹਿੰਦੇ ਘਟ ਘਟੇ ਸਭਨਾ ਵਿੱਚ ਏਕੋ, ਏਕੋ ਰਾਮ ਪਧਾਰੋ ਰਾਮ। ਪਧਾਰੋ ਕਹਿੰਦੇ ਪਤੀ, ਇੱਕੋ ਹੀ ਸਾਰਿਆਂ ਦੇ ਵਿੱਚ ਖਸਮ ਪ੍ਰਭੂ ਦਾ ਵਾਸਾ ਹੈ। ਗੁਰਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਇਆ ਰਾਮ। ਜਿਨੇ ਸੇਵ ਲਿਆ ਸਤਿਗੁਰ ਦਾਤਾ ਨੂੰ ਉਹ ਉਹਦੇ ਨਾਮ ਦੇ ਵਿੱਚ ਹੀ ਸਮਾਇਆ ਗਿਆ। ਹਰ ਧੂੜ ਦੇਵੋ ਹੋ ਮੈਂ ਪੂਰੇ ਗੁਰ ਕੀ, ਹਮ ਪਾਪੀ ਮੁਕਤ ਕਰਾਇਆ ਰਾਮ। ਮੈਨੂੰ ਉਹਦਾ ਗੁਰੂ ਦੇ ਪਿਆਰਿਆਂ ਦੀ ਧੂੜ ਦਿਓ, ਉਸ ਸਤਿਗੁਰ ਦੀ ਧੂੜ ਦਿਓ। ਦਾਨ ਮਹਿੰਡਾ ਤਲੀ ਖਾਗ ਜੇ ਮਿਲੇ ਤਾਂ ਮਸਤਕ ਲਾਈਐ, ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲਖ ਧਿਆਈਐ, ਫਲ ਤੇਵੇ ਹੋ ਪਾਈਐ ਜੇਵੇ ਹੀ ਕਾਰ ਕਮਾਈਐ। ਜੇ ਸਤਿਗੁਰ ਜੀ ਕਹਿੰਦੇ ਮੈਨੂੰ ਉਹਨਾਂ ਪਿਆਰਿਆਂ ਦੀ ਮਸਤਕ ਤੇ ਲਾਉਣ ਵਾਸਤੇ ਧੂੜ ਦਿਓ ਜੀ। ਪਾਪੀ ਮੁਕਤ ਕਰਾਏ ਆਪ ਗਵਾਏ, ਨਿਜ ਘਰ ਪਾਇਆ ਵਾਸਾ। ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ, ਗੁਰਮਤਿ ਨਾਮ ਪ੍ਰਗਾਸਾ। ਪਾਪੀ ਨੂੰ ਮੁਕਤ ਕਰਾਉਣ ਵਾਲਾ ਪ੍ਰਭੂ ਹੈ। ਪਾਪੀ ਮੁਕਤ ਕਰਾਏ ਆਪ ਗਵਾਏ, ਨਿਜ ਘਰ ਪਾਇਆ ਵਾਸਾ। ਉਹਨੂੰ ਕਿਸੇ ਥਾਂ ਤੇ ਭਟਕਣ ਦੀ ਲੋੜ ਨਹੀਂ। ਉਹਦੇ ਅੰਦਰ ਜਿਹੜੇ ਕਿਵਾੜ ਨੇ, ਜਿਹੜੇ ਬੱਜਰ ਕਿਵਾੜ ਨੇ, ਉਹ ਸਤਿਗੁਰੂ ਜੀ ਖੋਲ ਦਿੰਦਾ ਮਨ ਦੇ, ਤੇ ਉਹ ਉੱਥੇ ਟਿਕ ਜਾਂਦਾ, ਬੈਠ ਜਾਂਦਾ, ਨਿਜ ਘਰ ਦੇ ਵਿੱਚ ਵਾਸ ਹੋ ਜਾਂਦਾ, ਬਿਲਕੁਲ ਸ਼ਾਂਤੀ ਇਕਾਗਰ। ਉਹਨੂੰ ਫਿਰ ਇਕੱਲੇ ਰਹਿਣ ਦਾ ਡਰ ਨਹੀਂ ਲੱਗਦਾ ਕਿ ਮੈਂ ਇਕੱਲਾ, ਮੈਨੂੰ ਕਿਸੇ ਹੋਰ ਦੀ ਕੰਪਨੀ ਦੀ ਲੋੜ ਹੈ, ਪ੍ਰੈਜ਼ੈਂਸ ਦੀ ਨਹੀਂ। ਉਹਦਾ ਨਿਜ ਘਰ 'ਚ ਵਾਸਾ ਹੋ ਜਾਂਦਾ। ਥਿਰ ਕਰ ਬੈਸੋ ਹਰ ਜਨ ਪਿਆਰੇ। ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ। ਬੁੱਧੀ ਤੇ ਸਾਰਿਆਂ ਕੋਲ ਹੈ। ਦਾਵਾ ਅਸੀਂ ਸਾਰੇ ਕਰਦੇ ਹਾਂ ਬੜੇ ਸਿਆਣੇ ਆ, ਪਰ ਵਿਵੇਕ ਬੁੱਧ ਕਿਸੇ ਵਿਰਲੇ ਕੋਲ ਹੁੰਦੀ ਹੈ। ਕੋਈ ਵਿਰਲਾ ਇਸ ਵਿਵੇਕ ਬੁੱਧ ਨੂੰ ਪ੍ਰਾਪਤ ਕਰਦਾ ਹੈ। ਉਹਦੀ ਜ਼ਿੰਦਗੀ ਦੀ ਸਾਰੀ ਰਾਤ ਸੁਖ ਰਹਿਣ ਵਿਹਾਣੀ ਬਤੀਤ ਹੁੰਦੀ ਹੈ, ਸੁੱਖਾਂ 'ਚ। ਗੁਰਮਤਿ ਨਾਮ ਪ੍ਰਗਾਸਾ, ਗੁਰੂ ਦੀ ਮੱਤ ਲੈ ਕੇ ਉਹਦੇ ਹਿਰਦੇ ਦੇ ਅੰਦਰ ਪ੍ਰਗਾਸ ਹੁੰਦਾ ਹੈ ਜੀ। ਹਰ ਹਰ ਆਨੰਦ ਭਇਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ। ਗੁਰ ਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਏ। ਇਹਦਾ ਮਤਲਬ ਇਹ ਹੈ ਕਿ ਆਨੰਦ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪ੍ਰਾਪਤ ਨਹੀਂ ਹੁੰਦਾ। ਆਨੰਦ ਪਰਮ ਅਵਸਥਾ ਤੋਂ ਹੀ ਪ੍ਰਾਪਤ ਹੁੰਦਾ ਹੈ, ਗੁਰੂ ਤੋਂ ਹੀ ਪ੍ਰਾਪਤ ਹੁੰਦਾ ਹੈ, ਗੁਰੂ ਦੀ ਸ਼ਬਦ ਦੀ ਵਿਚਾਰ ਤੋਂ ਪ੍ਰਾਪਤ ਹੁੰਦਾ ਹੈ। ਆਨੰਦ ਹੀ ਸੋਹਿਲੜਾ ਹੈ, ਸੁਖ ਦੇਣ ਵਾਲਾ ਹੀ ਆਨੰਦ ਹੈ। ਤੇ ਇਹ ਆਨੰਦ ਕਿੱਥੋਂ ਪ੍ਰਾਪਤ ਹੁੰਦਾ ਹੈ? ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ, ਕਰ ਕਿਰਪਾ ਕਿਲਬਿਕ ਕਟੇ ਗਿਆਨ ਅੰਜਨ ਸਾਰਿਆ। ਇਹ ਆਨੰਦ ਗੁਰੂ ਤੋਂ ਮਿਲਦਾ ਹੈ। ਹਰ ਹਰ ਆਨੰਦ ਭਇਆ ਦਿਨ ਰਾਤੀ, ਨਾਨਕ ਹਰ ਮੀਠ ਲਗਾਏ। ਇਹ ਬਾਣੀ ਮੇਰੇ ਮਨ ਮਿਸ਼ਟ ਲਗੈ ਪ੍ਰਿਯ ਬੋਲਾ, ਮੇਰੇ ਮਨ ਦੇ ਵਿੱਚ ਬਾਣੀ ਮਿੱਠੀ ਲੱਗੀ। ਗੁਰਸੇਵਨ ਸਤਿਗੁਰ ਦਾਤਾ, ਹਰ ਹਰ ਨਾਮ ਸਮਾਏ। ਗੁਰੂ ਨੂੰ ਸੇਵ ਸੇਵ ਕੇ, ਚੇਤੇ ਕਰ ਕਰਕੇ ਅਸੀਂ ਨਾਮ ਵਿੱਚ ਸਮਾ ਗਏ ਜੀ। ਰਾਗ ਸੂਹੀ ਮਹਿਲਾ ਚੌਥਾ, ਛੰਤ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਤਿਗੁਰ ਪੁਰਖ ਮਿਲਾਏ। ਅਵਗਣ ਵਿਕੜਾ ਗੁਣ ਰਵਾ ਬਲਰਾਮ ਜੀਓ, ਹਰ ਹਰ ਨਾਮ ਧਿਆਏ। ਗੁਰਬਾਣੀ ਨਿਤ ਨਿਤ ਚਵਾ ਬਲਰਾਮ ਜੀਓ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਸ਼ਬਦ ਆਰੰਭ ਨੇ ਇੱਥੋਂ। ਰਾਗ ਸੂਹੀ ਮਹੱਲਾ ਚੌਥਾ, ਛੰਤ ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਬੜੀ ਕਿਰਪਾ ਹੁੰਦੀ ਹੈ ਜੀ ਇਹ। ਇਸ ਕਰਕੇ ਸਹਿਜ ਪਾਠ, ਲੜੀ ਰੂਪ ਦੇ ਵਿੱਚ ਪਾਠ ਕਰਨਾ, ਇਹ ਬੜੀ ਭਾਵਨਾ, ਬਹੁਤ ਭਾਵਨਾ ਕਿਉਂ ਪੈਦਾ ਕਰਦਾ ਹੈ? ਕਿਉਂਕਿ ਗੁਰੂ ਅਮਰਦਾਸ ਜੀ ਦੇ ਸਨਮੁਖ ਗੁਰੂ ਰਾਮਦਾਸ ਜੀ ਖੜੇ ਨੇ, ਅਤੇ ਗੁਰੂ ਅਮਰਦਾਸ ਜੀ ਨੂੰ ਅਸੀਂ ਪੜ੍ਹ ਕੇ ਆਏ ਹਾਂ, ਅਤੇ ਹੁਣ ਗੁਰੂ ਰਾਮਦਾਸ ਜੀ ਵੱਲ ਤੁਰੇ ਹਾਂ। ਇਹ ਆਪਸੀ ਇਤਫਾਕ, ਇਹ ਜੋਤ ਉਹਾ ਜੁਗਤ ਸਾਏ ਦਾ ਸੱਚ ਪ੍ਰਗਟ ਕਰਦੀ ਹੈ ਬਾਣੀ ਪੜ੍ਹ ਕੇ।
ਕਿ ਜੋਤ ਕਿਵੇਂ ਮਹੱਲਾ ਤੀਜਾ ਤੋਂ ਚੌਥੇ ਵਿੱਚ ਪ੍ਰਗਟ ਹੋ ਰਹੀ ਹੈ। ਤੇ ਇਹੀ ਗਿਆਨ ਰੂਪੀ ਜੋਤ ਦਾ ਚਾਨਣ ਗੁਰੂ ਦੇ ਸਿੱਖ ਦੇ ਅੰਦਰ ਪ੍ਰਗਟ ਹੁੰਦਾ ਹੈ। ਇਤ ਤਨ ਲਾਗੈ ਬਾਣੀਆਂ, ਜੇ ਬਾਣੀ ਸਪਰਸ਼ ਕਰ ਜੇ। ਉਹਾਂ ਤੇ ਵਿਆਹ ਤਿੰਨ ਤਰ੍ਹਾਂ ਦੇ ਨੇ। ਅੱਜ ਦੋ ਤਰ੍ਹਾਂ ਦੇ ਵਿਆਹ ਦਾ ਜ਼ਿਕਰ ਕਰਾਂਗੇ। ਕੱਲ੍ਹ ਲਾਵਾਂ ਦਾ ਪਾਠ ਤੇ ਫਿਰ ਉਹਦਾ ਵੀ ਜ਼ਿਕਰ ਕਰਾਂਗੇ। ਪਹਿਲਾ ਵਿਆਹ ਹੈ ਜਿਹੜਾ ਸੰਸਾਰਿਕ ਤੌਰ 'ਤੇ ਸਭ ਦਾ ਹੁੰਦਾ ਹੈ ਤਕਰੀਬਨ। ਇੱਕ ਵਿਆਹ ਦੂਸਰਾ ਹੈ ਜਿਹੜਾ ਕਰੋੜਾਂ ਵਿੱਚੋਂ ਕਿਸੇ ਇੱਕ ਦਾ ਹੁੰਦਾ ਹੈ, ਜਿਹਨੂੰ ਕਬੀਰ ਸਾਹਿਬ ਕਹਿੰਦੇ ਮਨ ਰੈਣੀ ਤਨ ਪੁਨਰਪ ਕਰਹੁ। ਮਨ ਰੈਣੀ ਭਾਵ ਉਹ ਭਾਂਡਾ ਮਿੱਟੀ ਦਾ ਜਿਹਦੇ ਅੰਦਰ ਲਲਾਰੀ ਕੱਪੜਾ ਤੇ ਰੰਗ ਪਾਣੀ ਇਕੱਠਾ ਪਾਉਂਦਾ। ਮਨ ਰੈਣੀ ਤਨ ਪੁਨਰਪ ਕਰਹੁ, ਪਾਂਚੋਂ ਤੱਤ ਰਾਤੀ। ਤੇ ਤੱਤ ਕਿਹੜੇ ਨੇ? ਇਹ ਕੋਈ ਸਰੀਰ ਦੇ ਇਹ ਪੰਜ ਤੱਤ ਨਹੀਂ। ਇਹ ਨਹੀਂ ਕਿ ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ, ਨਾ। ਇਹ ਸਤ, ਸੰਤੋਖ, ਦਇਆ, ਧਰਮ ਤੇ ਗਿਆਨ, ਇਹ ਪੰਜ ਬਾਰਾਤੀ ਅੰਦਰ ਇਕੱਠੇ ਹੁੰਦੇ ਆ ਗੁਣ। ਮਨ ਰੈਣੀ, ਮਨ ਨੂੰ ਕੱਪੜਾ ਬਣਾਓ, ਭਾਂਡਾ ਬਣਾਓ, ਤਨ ਪੁਨਰਪ ਕਰੋ ਤੇ ਤਨ ਨੂੰ ਰੰਗੀਚੋ। ਪਾਂਚੋ ਤਤ ਬਾਰਾਤੀ ਰਾਮ ਰਾਏ ਸਿਓ ਭਾਵਰ ਲੈਵੋ। ਭਾਵਰ ਕਹਿੰਦੇ ਫੇਰੇ, ਪ੍ਰਭੂ ਦੇ ਪਿਆਰ ਦੇ ਵਿੱਚ, ਪ੍ਰਭੂ ਦੇ ਨਾਮ ਦੇ ਵਿੱਚ। ਆਤਮ ਤੇ ਰੰਗ ਰਾਤੀ, ਤਾਂ ਅੰਦਰ ਰੰਗ ਚੜੇਗਾ ਤੇ ਫਿਰ ਅੰਦਰ ਦੀ ਗਿਆਨ ਇੰਦਰੀਆਂ ਨੂੰ ਉਹ ਜੀਵ ਕਹਿੰਦਾ ਕਿ ਸਖੀਓ ਸਹੇਲ ਲੜੀਓ ਮੇਰਾ ਪਿਰ ਵਣਜਾਰਾ ਰਾਮ। ਉਹ ਆਉਣ ਵਾਲਾ ਸਖੀਓ, ਜਾਗ ਜਾਓ ਹੁਣ, ਗਿਆਨ ਇੰਦਰੀਓ ਇਕੱਠੀਆਂ ਹੋ ਜਾਓ। ਇਸ ਕਰਕੇ ਗਾਵੋ ਗਾਵੋ ਦੁਲਹਨੀ ਮੰਗਲ ਚਾਰਾ, ਅੰਦਰ ਦੀ ਗਿਆਨ ਇੰਦਰੀਆਂ ਗਾਓ। ਮੇਰੇ ਗ੍ਰਹਿ ਆਏ ਰਾਜਾ ਰਾਮ ਪਤਾਰਾ, ਪ੍ਰਭੂ ਪ੍ਰਗਟ ਹੋ ਰਿਹਾ। ਇਹ ਸ਼ਬਦ ਗੁਰੂ ਰਾਮਦਾਸ ਜੀ ਦਾ ਉਸ ਕਰੋੜਾਂ ਵਿੱਚੋਂ ਕਿਸੇ ਇੱਕ ਦਾ ਵਿਆਹ ਜਿਹੜਾ ਪ੍ਰਭੂ ਨਾਲ, ਉਸ ਆਤਮ ਦਾ ਪਰ ਆਤਮ ਨਾਲ ਹੁੰਦਾ ਹੈ, ਉਹਦਾ ਜ਼ਿਕਰ ਇਸ ਸ਼ਬਦ ਦੇ ਵਿੱਚ ਹੈ। ਤੇ ਕਿਵੇਂ ਹੁੰਦਾ ਹੈ, ਕਿਹੜੇ ਬਰਾਤੀ ਬਣਦੇ ਆ, ਕੁੜਮ ਕੌਣ ਬਣਦਾ ਹੈ, ਕਿਹੜੀ ਕੁੜਮਾਈ ਹੁੰਦੀ ਹੈ, ਤੇ ਫਿਰ ਕਿਸ ਰੂਪ ਦੇ ਵਿੱਚ ਇਹ ਸਾਰਾ ਕਾਰਜ ਅੰਦਰ ਦਾ ਸਿਰਜਿਆ ਜਾਂਦਾ ਹੈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ। ਰਾਗ ਸੂਹੀ ਮਹੱਲਾ ਚੌਥਾ, ਛੰਤ ਘਰ ਪਹਿਲਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ, ਗੁਣ ਰਵਾਂ ਬਲਰਾਮ ਜੀਓ। ਪਹਿਲੀ ਗੱਲ ਹੀ ਇਹ ਸਮਝ ਲਓ ਕਿ ਗੁਰੂ ਕੋਲ ਆਇਆ ਤੇ ਬੜੀ ਵੱਡੀ ਬਖਸ਼ਿਸ਼ ਹੈ, ਕਿਉਂਕਿ ਸਤਿਗੁਰ ਸ਼ਾਹ ਗੁਣ ਵੇਚ ਅਵਗੁਣ ਲੇਤ, ਸੁਣ ਸੁਣ ਸੁਜਸ ਜਗਤ ਉਠ ਧਾਵੈ ਜੀ। ਗੁਰੂ ਐਸਾ ਸ਼ਾਹ ਹੈ, ਤੁਹਾਡੇ ਅਵਗੁਣ ਇੱਥੇ ਬੈਠਿਆਂ ਹੀ ਲੈ ਲੇਗਾ, ਤੁਹਾਨੂੰ ਦੇਣ ਦੀ ਲੋੜ ਨਹੀਂ। ਇਹ ਨਹੀਂ ਕਿ ਅਸੀਂ ਦੇਣ ਆਏ ਹਾਂ। ਕਹਿੰਦੇ ਸਤਿਗੁਰ ਦੀ ਕਲਾ ਹੀ ਐਸੀ ਹੈ, ਸਤਿਗੁਰ ਦੇ ਸਨਮੁਖ ਬੈਠ ਕੇ ਕਹਿੰਦੇ ਇਹਨੇ ਕਦੋਂ ਸਾਡੇ ਅਵਗੁਣ ਲੈ ਲੈਣੇ ਹੈ ਤੇ ਕਦੋਂ ਸਾਡੇ ਅੰਦਰ ਗੁਣ ਪੈਦਾ ਕਰ ਦੇਣੇ ਹੈ। ਸਹਿਜ ਦਾ ਐਸਾ ਗੋਲਾ ਫੱਟਣਾ ਹੈ ਅੰਦਰ ਜਿਹਦਾ ਪਤਾ ਹੀ ਨਹੀਂ ਲੱਗਣਾ। ਕਬੀਰ ਸਾਹਿਬ ਕਹਿੰਦੇ ਕਈਆਂ ਨੂੰ ਪਤਾ ਲੱਗ ਜਾਂਦਾ ਤੇ ਉਹ ਕਹਿ ਦਿੰਦੇ ਗਗਨ ਦਮਾਮਾ ਕੀ ਹੋਇਆ ਧਮਾਕਾ। ਗੁਰੂ ਅਮਰਦਾਸ ਜੀ ਵੀ ਕਹਿੰਦੇ ਕਿ ਇਹ ਧਮਾਕਾ ਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਗੋਲਾ ਗਿਆਨ ਚਲਾਇਆ ਆਇਆ। ਤੇ ਫਿਰ ਕੀ ਹੁੰਦਾ, ਬ੍ਰਹਮ ਅਗਨ ਸਹਿਜੇ ਪ੍ਰਜਾਲੀ, ਇੱਕ ਹੈ ਚੋਟ ਸਜਾਇਆ। ਇੱਕ ਉਹ ਪਿਆਰੇ ਨੇ ਜਿਹੜੇ ਰੰਗ ਲਾਗਤ ਅਵਗੁਣਾਂ ਨੂੰ ਕੱਟਦੇ ਨੇ ਤੇ ਗੁਣ ਧਾਰਦੇ ਨੇ। ਇੱਕ ਐਸੇ ਗੁਰੂ ਕੇ ਸਨਮੁਖ ਇੱਕੋ ਵਾਰੀ ਆਉਂਦੇ ਨੇ, ਇੱਕੋ ਵਾਰੀ ਪੂਰਬ ਕਰਮ ਪ੍ਰਗਟ ਹੁੰਦੇ ਆ, ਉਸੀ ਦਿਨ ਧਮਾਕਾ ਹੋ ਜਾਂਦਾ ਹੈ। ਉਹੀ ਰਾਤ ਬਦਲ ਜਾਂਦੀ ਹੈ, ਉਹਨਾਂ ਦੀ ਜ਼ਿੰਦਗੀ ਦੇ ਅਰਥ ਬਦਲ ਜਾਂਦੇ। ਇਸ ਸ਼ਬਦ ਦੇ ਵਿੱਚ ਦੋਨੋਂ ਗੁਰਮੁਖੀ ਅਵਸਥਾਵਾਂ ਦਾ ਜ਼ਿਕਰ ਹੈ। ਦੋ ਤਰ੍ਹਾਂ ਦੀ ਅਵਸਥਾ ਹੈ। ਇੱਕ ਅਵਸਥਾ ਰੰਗ ਲਾਗਤ ਜਿਹੜੀ ਇਹ ਵਾਲੀ ਹੈ ਕਿ ਸਤਿਗੁਰ ਪੁਰਖ ਮਿਲਾਏ ਅਵਗੁਣ ਵਿਕਣਾ, ਗੁਣ ਰਵਾਂ। ਅਵਗੁਣ ਆਪਣੇ ਦੇ ਦਿੱਤੇ ਤੇ ਗੁਣ ਲੈ ਲਏ। ਬਲਰਾਮ ਜੀਓ ਪ੍ਰਭੂ ਜੀ ਦੇ ਹਰ ਹਰ ਨਾਮ ਧਿਆਏ, ਗੁਰਬਾਣੀ ਨਿਤ ਨਿਤ ਚਵਾਂ ਬਲਰਾਮ ਜੀਓ। ਫਿਰ ਇਹ ਗੁਣ ਪ੍ਰਾਪਤ ਕਰਨ ਦੀ ਅਵਸਥਾ ਹੈ ਕਿ ਨਿਤ ਨਿਤ ਚਵਾਂ, ਕਿ ਜ਼ੁਬਾਨ ਤੋਂ ਹੁਣ ਗੰਦਣ ਵੈਣ ਨਹੀਂ ਬੋਲਣੇ। ਪਹਿਲੀ ਸ਼ਰਤ ਹੀ ਇਹ ਹੈ ਕਿ ਜ਼ੁਬਾਨ ਤੋਂ ਗੰਦਣ ਵੈਣ ਨਹੀਂ ਬੋਲਣੇ। ਹੁਣ ਸਿਰਫ ਨਿਤ ਨਿਤ ਹੀ ਗੁਰੂ ਕੀ ਬਾਣੀ ਜ਼ੁਬਾਨ ਤੋਂ ਬੋਲਣੀ ਹੈ ਜੀ। ਗੁਰਬਾਣੀ ਸਦ ਮੀਠੀ ਲਾਗੀ, ਪਾਪ ਵਿਕਾਰ ਗਵਾਇਆ, ਹਉ ਮੈਂ ਰੋਗ ਗਿਆ ਪਉ ਭਾਗਾ, ਸਹਜੇ ਸਹਿਜ ਮਿਲਾਇਆ। ਗੁਰਬਾਣੀ ਸਦਾ ਮਿੱਠੀ ਲੱਗਦੀ ਹੈ, ਪਾਪ ਵਿਕਾਰ ਗਵਾਇਆ। ਜਿਉਂ ਬਾਣੀ ਪੜਾਂਗੇ ਇਹ ਅਵਸਥਾ ਹੌਲੇ ਵਾਲੀ ਹੈ। ਹੌਲੇ ਗੁਰੂ ਕਾ ਸਿੱਖ ਉਸ ਪ੍ਰਭੂ ਦੀ ਅਵਸਥਾ ਵੱਲ ਤੁਰ ਕੇ ਸਚਿਆਰ ਬਣਦਾ ਹੈ। ਉਹਨੂੰ ਆਹਿਸਤਾ ਬਾਣੀ ਮਿੱਠੀ ਲੱਗਦੀ ਹੈ ਇਸ ਅਵਸਥਾ ਦੇ ਵਿੱਚ, ਕਿਉਂਕਿ
ਜਿਉਂ-ਜਿਉਂ ਹੌਲੀ-ਹੌਲੀ ਮੈਲ ਕੱਟਦੀ ਹੈ, ਮੈਂ ਕੱਟਦੀ ਹੈ, ਤੇ ਹੌਲੀ-ਹੌਲੀ ਤੂੰ ਵੱਲ ਤੁਰਦਾ ਸਿੱਖ। ਗੁਰਬਾਣੀ ਸਦ ਮਿੱਠੀ ਲਾਗੀ, ਇਸ ਕਰਕੇ ਚਿੱਥੇ ਨਾ ਪਾਓ। ਨਾਲ ਦਿਆਂ ਨੂੰ ਬਾਣੀ ਬੜੀ ਮਿੱਠੀ ਲੱਗ ਰਹੀ ਹੈ, ਸਾਨੂੰ ਕਿਉਂ ਨਹੀਂ ਲੱਗ ਰਹੀ? ਲੱਗੇਗੀ ਭਾਈ, ਬਿਲਕੁਲ ਲੱਗੇਗੀ, ਇਸ ਰੂਪ ਦੇ ਵਿੱਚ ਲੱਗੇਗੀ। ਗੁਰਬਾਣੀ ਸਦ ਮਿੱਠੀ ਲਾਗੀ, ਪਾਪ ਵਿਕਾਰ ਗਵਾਇਆ। ਹੌਲੀ ਹੌਲੀ ਪਾਪ ਕੱਟਣੇ ਸ਼ੁਰੂ ਕਰਾਈਏ ਆਪਣੇ, ਅਸੀਂ ਬਖਸ਼ਵਾਈਏ ਤੇ ਅਸੀਂ ਸੁਚੇਤ ਹੋਈਏ ਪਾਪਾਂ ਵੱਲੋਂ। ਹਉਮੈ ਰੋਗ ਗਿਆ ਭਉ ਭਾਗਾ, ਸਹਿਜੇ ਸਹਿਜ ਮਿਲਾਇਆ। ਇਸ ਰੂਪ ਦੇ ਵਿੱਚ ਸਾਡਾ ਹਉਮੈ ਰੋਗ ਵੀ ਮਿਟੇਗਾ। ਸਹਿਜ ਸਹਿਜ ਕਰਕੇ, ਸਹਿਜ ਸਹਿਜ ਕਰਕੇ ਅਸੀਂ ਪ੍ਰਭੂ ਦੀ ਬਾਣੀ ਨੂੰ ਪੜ੍ਹ ਪੜ੍ਹ ਕੇ ਪ੍ਰਭੂ ਦੇ ਗੁਣਾਂ ਨੂੰ ਪ੍ਰਾਪਤ ਕਰਾਂਗੇ ਜੀ। ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ। ਅਨ ਦਿਨ ਸੁਖ ਮਾਣੇ ਨਿਤ ਰਲੀਆਂ, ਨਾਨਕ ਤੁਰ ਸੰਜੋਗੋ। ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗਿਆਨ ਤਤ ਕਰ ਭੋਗੋ। ਕਾਇਆ ਰੂਪੀ ਸੇਜ ਬਣ ਗਈ, ਇਹ ਹੁਣ ਕੰਚਨ ਹੋ ਗਈ, ਨਿਰਮਲ ਹੋ ਗਈ, ਪਾਪਾਂ ਤੋਂ ਰਹਿਤ ਹੋ ਗਈ। ਇਹ ਹੁਣ ਪ੍ਰਭੂ ਦਾ ਆਸਣ ਬਣ ਗਈ ਹੈ। ਇਹਨੂੰ ਕਿਹਾ ਕਿ ਧਨ ਸੋ ਤੇਰਾ ਥਾਨ, ਤੇਰਾ ਘਰ, ਤੇਰਾ ਸਰੀਰ। ਇਸ ਲਈ ਰਿਸਪੈਕਟ ਯੋਗ ਹੈ, ਆਦਰ ਯੋਗ ਹੈ, ਕਿਉਂਕਿ ਤੂੰ ਇਸ ਸਰੀਰ ਤੋਂ ਹੀ ਬਾਣੀ ਪੜ੍ਹਦਾ, ਇਸ ਸਰੀਰ ਤੋਂ ਹੀ ਗੁਰੂ ਦੇ ਦਰ 'ਤੇ ਟਿਕਦਾ। ਇਸ ਕਰਕੇ ਕਾਇਆ ਸੇਜ ਗੁਰ ਸ਼ਬਦ ਸੁਖਾਲੀ, ਗੁਰੂ ਦੇ ਸ਼ਬਦ ਨੇ ਸੁੱਖਾਂ ਦੀ ਇਹ ਮਣੀ ਬਣਾ ਦਿੱਤੀ। ਗਿਆਨ ਤਤ ਕਰ ਭੋਗੋ, ਮੈਂ ਗਿਆਨ ਗੁਰੂ ਨੂੰ ਆਪਣੇ ਅੰਦਰ ਚੇਤੇ ਕਰ ਰਹੀ ਹਾਂ, ਆਪਣੀ ਸੁਰਤ ਤੇ ਆਪਣੇ ਗੁਰੂ ਦੇ ਗਿਆਨ ਦਾ ਮਿਲਾਪ ਕਰਾ ਰਹੀ ਹਾਂ। ਇਹ ਅੰਦਰ ਦਾ ਆਨੰਦ ਹੋ ਰਿਹਾ ਹੈ। ਤੇ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ ਜੀ, ਅੰਦਿਨ ਸੁਖ ਮਾਣੇ ਨਿਤ ਰਲੀਆਂ, ਨਾਨਕ ਧੁਰ ਸੰਜੋਗੋ। ਉਹ ਰਾਤ ਦਿਨ ਪ੍ਰਭੂ ਦੀ ਬਾਣੀ ਦੇ ਵਿੱਚ ਸੁਖ ਮਾਣਦਾ ਤੇ ਧੁਰਾਂ ਤੋਂ ਸੰਜੋਗ ਉਹਦੇ ਲਿਖੇ ਜਾਂਦੇ ਨੇ ਜੀ। ਸਤ ਸੰਤੋਖ ਕਰ ਪਾਓ, ਕੁੜਮ ਕੁੜਮਾਈ ਆਇਆ ਬਲਰਾਮ ਜੀਓ। ਸੰਤ ਜਨਾ ਕਰ ਮੇਲ, ਗੁਰਬਾਣੀ ਗਾਵਾਈਆ ਬਲਰਾਮ ਜੀਓ। ਹਾਂ ਭਾਈ, ਇਹ ਤੇ ਫਿਰ ਦੁਨੀਆ ਦਾ ਦਸਤੂਰ ਹੈ। ਵਿਚੋਲਾ ਫਿਰ ਪੁੱਛਦਾ ਕਿ ਘਰ 'ਚ ਕੌਣ ਕੌਣ ਨੇ, ਤੁਹਾਡੀ ਰਿਸ਼ਤੇਦਾਰੀ ਕੀ ਹੈ, ਤੁਹਾਡੀ ਕੁੱਲ ਕੀ ਹੈ, ਤੁਹਾਡਾ ਕੰਮ ਕਾਜ ਕੀ ਹੈ, ਕੀ ਕੀ ਖਾਸੀਅਤ ਹੈ, ਕੀ ਕੀ ਵੱਡਪਣ ਨੇ, ਕੀ ਕੀ ਕੁਝ ਹੈ। ਫਿਰ ਗੁਰੂ ਵੀ ਇਹ ਪੁੱਛਦਾ ਕਿ ਭਾਈ ਹਿਰਦੇ 'ਚ ਸਤ ਸੰਤੋਖ ਰੂਪੀ ਬਰਾਤੀ, ਬਰਾਤੀ ਤੇ ਨਾਲ ਹੀ ਨੇ ਜੀ ਰਿਸ਼ਤੇਦਾਰ, ਕੌਣ ਨੇ, ਕੁੱਲ ਕੀ ਹੈ, ਕੌਣ ਨੇ, ਚੰਗੇ ਭਲੇ ਨੇ, ਤਾਂ ਉਹ ਪ੍ਰਭੂ ਲਾੜਾ ਮਿਲੇਗਾ, ਐ ਨਹੀਂ ਮਿਲੇਗਾ। ਇਹ ਜਿਹੜੀ ਆਤਮਾ, ਇਹ ਜੀਵ ਇਸਤਰੀ, ਇਹਦੀ ਜਿਹੜੀ ਕੁੜਮਾਈ ਹੋਣੀ ਹੈ ਉਸ ਪ੍ਰਭੂ ਜੀ ਦੇ ਨਾਲ, ਇਹ ਤਾਂ ਹੋਣੀ ਹੈ। ਸ਼ਰਤ ਪਹਿਲੀ ਹੈ ਕਿ ਪੰਜ ਜਿਨ੍ਹਾਂ ਨੂੰ ਕਬੀਰ ਸਾਹਿਬ ਨੇ ਕਿਹਾ ਨਾ, ਮਨ ਰਹਿਣੀ ਤਨ ਪੁਨਰਪ ਕਰੋ ਪਾਂਚੋ ਤਤ ਬਰਾਤੀ, ਇਹ ਸਤ ਸੰਤੋਖ ਗੁਣ ਪੈਦਾ ਹੋਣੇ ਚਾਹੀਦੇ। ਗੁਰੂ ਰਾਮਦਾਸ ਜੀ ਕਹਿੰਦੇ ਸਤ ਸੰਤੋਖ ਕਰ ਭਾਉ ਤੀਸਰਾ ਪਿਆਰ, ਇਹ ਗੁਣ ਬਰਤ ਦੇ ਪੈਦਾ ਹੋਣਗੇ। ਕੁੜਮ, ਹੁਣ ਕੁੜਮ ਪਤਾ ਕੌਣ ਬਣੇਗਾ? ਗੁਰੂ ਕੁੜਮ ਬਣੇਗਾ। ਇੱਥੇ ਗੁਰੂ ਰਾਮਦਾਸ ਜੀ ਕਹਿੰਦੇ ਕੋਈ ਬਾਹਰੀ ਰੂਪੀ ਕੁੜਮ ਨਹੀਂ, ਕਹਿੰਦੇ ਕੁੜਮ ਬਣਿਆ ਗੁਰੂ। ਤੇ ਇਸ ਗੁਰੂ ਵਿਚੋਲੇ ਨੇ ਕਹਿੰਦੇ ਪਹਿਲਾਂ ਸੁਣਿਆ ਸੀ, ਜੈਸਾ ਸਤਿਗੁਰ ਸੁਣਿਆ ਸੀ, ਹੁਣ ਦੇਖ ਲਿਆ ਤੈਸੋ ਹੀ ਮੈਂ, ਹੁਣ ਵੇਖ ਕੇ ਦੇਖ ਲਿਆ। ਵਿਛੜਿਆ ਮੇਲੇ ਪ੍ਰਭੂ ਹਰ ਦਰਗਾਹ ਕਾ, ਉਹਨੇ ਮਿਲਾ ਦੇਣਾ ਹੈ। ਕੁੜਮ ਗੁਰੂ ਬਣਿਆ ਤੇ ਉਸ ਕੁੜਮ ਨੇ ਇਸ ਜੀਵ ਇਸਤਰੀ ਨੂੰ ਪ੍ਰਭੂ ਨਾਲ ਮਿਲਾ ਦਿੱਤਾ। ਇਹਨੂੰ ਕੁੜਮਾਈ ਆਖਿਆ, ਇਹਨੂੰ ਕਿਹਾ ਸਤ ਸੰਤੋਖ ਕਰ ਭਾਉ ਕੁੜਮ ਕੜਮਾਈ ਆਇਆ ਬਲਰਾਮ ਜੀਓ। ਪ੍ਰਭੂ ਦੇ ਨਾਲ ਮਿਲਾਪ ਹੋਇਆ, ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ। ਫਿਰ ਉਹ ਗੁਰੂ ਕਾ ਸਿੱਖ ਸੰਗਤ ਦੇ ਮੇਲ ਦੇ ਵਿੱਚ ਬੈਠ ਕੇ ਗੁਰੂ ਦੀ ਬਾਣੀ ਨੂੰ ਗਾਉਂਦਾ ਹੈ ਜੀ। ਬਾਣੀ ਗੁਰ ਗਾਈ ਪਰਮ ਗਤ ਪਾਈ, ਪੰਚ ਮਿਲੇ ਸੋਹਾਇਆ। ਗਿਆ ਕ੍ਰੋਧ ਮਮਤਾ ਤਨ ਨਾਠੀ, ਪਾਖੰਡ ਪਰਮ ਗਵਾਇਆ। ਸੰਤ ਜਨਾਂ ਦੇ ਨਾਲ ਬਾਣੀ ਗਾਈ, ਬਾਣੀ ਗੁਰ ਗਾਈ, ਪਰਮ ਗਤ ਪਾਈ, ਪਰਮ ਅਵਸਥਾ ਮਿਲੀ, ਪੰਚ ਮਿਲੇ ਸੁਹਾਇਆ। ਇਹ ਪੰਜ ਗੁਣ ਵਸੇ ਤੇ ਪੰਜੇ ਗਿਆਨ ਇੰਦਰੇ ਸੁਖ ਦੇ ਵਿੱਚ ਆ ਗਏ। ਗਿਆ ਕ੍ਰੋਧ, ਸਭ ਤੋਂ ਪਹਿਲਾਂ ਉਸ ਜਿਗਿਆਸੂ ਦਾ ਕ੍ਰੋਧ ਖਤਮ ਹੋਏਗਾ ਜੀ ਬਾਣੀ ਪੜ੍ਹਦੇ ਪੜ੍ਹਦੇ। ਗੁਰੂ ਰਾਮਦਾਸ ਜੀ ਕਹਿੰਦੇ ਕ੍ਰੋਧ ਕਰਨਾ ਤੇ ਕ੍ਰੋਧ ਹੰਡਾਉਣਾ ਫਰਕ ਹੈ, ਹੰਡਾਏਗਾ ਨਹੀਂ ਫਿਰ ਉਹ ਸਿੱਖ, ਇਹ ਸਮਝਿਓ, ਕਿਉਂਕਿ ਇਹ ਰੋਗ ਹੈ। ਗੁੱਸਾ ਮਨ ਨਾ ਹੰਡਾਏ, ਹੰਡਾਉਣਾ ਨਹੀਂ ਹੈ, ਫਰੀਦ ਜੀ ਵੀ ਕਹਿੰਦੇ।
ਗਿਆ ਕ੍ਰੋਧ। ਦੇਖੋ ਗੁਰੂ ਸਾਹਿਬ ਕਿੱਥੇ ਕਿੱਥੇ ਇਲਾਜ ਕਰਦੇ ਸਾਡੀ ਮਾਨਸਿਕਤਾ ਦਾ। ਮਮਤਾ ਤਨ ਨਾਠੀ, ਤਨ ਵਿੱਚੋਂ ਉਹ ਪਰਾਈ ਮਮਤਾ, ਉਹ ਝੂਠੀ ਮਮਤਾ ਜਿਹੜੀ ਬਿਨਸਣ ਵਾਲੀ ਹੈ। ਪਾਖੰਡ ਭਰਮ ਗਵਾਇਆ, ਪਖੰਡ ਵੀ ਗਿਆ ਤੇ ਉਹ ਦੁਚਿੱਤੀ ਭਾਵਨਾ ਵੀ ਸਭ ਖਤਮ ਹੋਈ ਸਿਰਫ ਇਸ ਬਾਣੀ ਦੇ ਲੜ ਲੱਗਣ ਦੇ ਨਾਲ ਜੀ। ਹਉ ਮੈਂ ਪੀਰ ਗਈ ਸੁਖ ਪਾਇਆ, ਆਰੋਗਤ ਭਏ ਸਰੀਰਾ, ਗੁਰ ਪ੍ਰਸਾਦੀ ਬ੍ਰਹਮ ਪਛਾਤਾ, ਨਾਨਕ ਗੁਣੀ ਗਹੀਰਾ। ਹਉਮੈ ਇੱਕ ਸੂਲ ਹੈ, ਹਉਮੈ ਇੱਕ ਪੀਰ ਹੈ, ਹਉਮੈ ਇੱਕ ਦਰਦ ਹੈ, ਹਉਮੈ ਦੀਰਘ ਰੋਗ ਹੈ। दारू पी इस माहे, किरपा करे जे अपनी तां गुर का शब्द सुना। कमाउण दे नाल ही ये खत्म होएगा। इस करके ये जिहड़ी हौमै दा रोग है ना, कित संयम कित तरीके दे नाल, क्योंकि जिथे मैं आ जाती है और उस मैं दे विच कारज फिर पूरा नहीं होंदा ना, फिर वो मैं चुभदी है, रोग बन जाती है, दर्द होंदा, दुख होंदा, ठेस पहुँचती है। ईगो ते लफ्ज़ बाणी च आया ही नहीं कदी भी कि असी कहते हैं कि ये ईगो या ये एटीट्यूड, ये सुपर ईगो है। तुसी पढ़े हो कई तरह के राइटर्स ने सुपर ईगो, एक बहुत कमाल की प्रसिद्ध किताब भी है। कई साइकोलॉजिस्ट सुपर ईगो की गल करते हैं। इत्थों तक कि जसवंत सिंह नेकी ने गल की है, महाराज तो ईगो की गल ही नहीं करते। हाँ मैं, ये सुपर ईगो है। हाँ मैं ते मैं मेरा, हाँ तो मेरा जब सुपर ईगो बन जाती है वो दुख देंदी है। जद यही मैं ते मेरा तू ते तेरा वाल हो जाती है, फिर जो कुछ मिलिया वो प्रभु की दया बन जाती है, उदा तरस ते उदा भाना बन जाता है। हाँ मैं पीर गई सुख पाया, आरोगत भये शरीरा, फिर दुख नहीं रहिंदा, मन चिंतित नहीं रहिंदा। गुर प्रसादी ब्रह्म पछाता, नानक गुणी गहीरा। गुरु का सिख गुणा दा खजाना बनता है जी। मन मुख विछुड़ी दूर, महल ना पाए, बल गई बलराम जियो, अंतर ममता कूर, कूड़ विहाजे कूड़ लई बलराम जियो। जेड़े विछुड़ गए मन दे पिछे तुर के, हौमै पिछे तुर के, मन मुख विछुड़ी दूर, महल ना पाए बल गई बलराम जियो। जिनके कंत दिशापुरी, से अहनस फिरत जलंत। रात दिन वो फिर सड़ते ने, बलते ने, बल गई सड़ गई। अंतर ममता कूर, अंतर कूड़ है। जे कूड़ है तो फिर सच्चे पातशाह जी कहते हैं कि अवगुणवंती कदी भी प्राप्त नहीं कर सकती। गुणवंती गुण वीथरै, अवगुणवंती झूर, जे लोड़ है विरत कामणी, नह मिलिया फिर कूर। कूर कहते झूठ, दगा, धोखा, कूड़ वाली बिरती तो नहीं। अंतर ममता कूर, कूड़ विहाजे कूड़ लई बलराम जियो। फिर उहदे लई सब कुछ कूड़, राजा कूड़, प्रजा कूड़, सब संसार कूड़, मंडप कूड़, माड़ी कूड़ बै, क्योंकि कूड़ कूड़ा नेहो लगा, विसरिया करतार, करतार विसरिया, इसलिए सब कुछ कूड़ है जी। कूड़ कपट कमावे, महा दुख पावे, विण सतगुर मग ना पाया, उजड़ पंथ प्रमेगा वारी, खिन खिन तके खाया। कूड़ कमाउण वाला महा दुख पाउंदा है, विण सतगुर मग ना पाया। दो तरह के मग का जिक्र आया, एक सच्चा मार्ग ते एक भैड़ा मार्ग। सच्चे मार्ग ते चलदियां उस्तत होएगी, फिर वो भैड़े मार्ग ते नहीं तुरेगा। इत्थे है सच्चा मार्ग नहीं मिलेगा। जपजी साहब दे विच दोनों मार्ग पढ़दे हां, मन्नै मार्ग ठाक ना जाए। इहदा मतलब कि जेड़ा गुरु का सिख है वो मार्ग ठाक ना जाए, कि माड़े मार्ग ते नहीं तुरदा ते चंगे मार्ग ते उन्होंने कोई रोक नहीं सकता। मन्नै पत स्यों प्रगट जाए। फिर इत्थे जेड़ा अगे आ रहा, मन्नै मग ना चलै पंथ, उहदा जेड़ा पैर है माड़े रस्ते ते नहीं चलता। इत्थे जेड़ा मग आ गया ना, मग दा मतलब माड़ा मार्ग, ते इत्थे जेड़ा मग दा मतलब आया, इत्थे मग दा मतलब आया कि चंगा मार्ग। मार्ग ही है मग, वो चंगा ते दवल्ला दोनों हो सकता है, माड़ा भी हो सकता है। पर जेड़ा कूड़ विच तुरिया होया है वो सतगुर दा मार्ग नहीं पाउंदा जी। उजड़ पंथ भ्रमै गावारी, वो उस मार्ग तो पंथ तो टुट जाता है, वो गावार ही भ्रमदा रहिंदा है। खिन खिन धक्के
ਖਾਇਆ, ਫਿਰ ਉਹਨੂੰ ਸਦਾ ਹੀ ਇੱਥੇ ਧੱਕੇ ਮਿਲਦੇ ਨੇ ਜੀ। ਆਪੇ ਦਇਆ ਕਰੇ ਪ੍ਰਭ ਦਾਤਾ, ਸਤਿਗੁਰ ਪੁਰਖ ਮਿਲਾਏ। ਜਨਮ ਜਨਮ ਕੇ ਵਿਛੜੇ ਜਨ ਮੇਲੇ, ਨਾਨਕ ਸਹਿਜ ਸੁਪਾਏ। ਜਦ ਪ੍ਰਭੂ ਕਿਰਪਾ ਕਰੇ ਤਾਂ ਹੀ ਸਤਿਗੁਰ ਪੁਰਖ ਦਾ ਮਿਲਾਪ ਹੁੰਦਾ ਹੈ। ਤੇ ਜਨਮ ਜਨਮ ਦੇ ਜਿਹੜੇ ਵਿਛੜੇ ਹੁੰਦੇ, ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੁਖਾ ਹਰਿਆ, ਸੁਮਤ ਪਾਈ ਨਾਮ ਧਿਆਈ। ਕਹਿੰਦੇ ਉਹ ਚੰਗੀ ਮੱਤ ਦੇ ਨਾਲ ਨਾਮ ਧਿਆਉਂਦਾ, ਫਿਰ ਕਦੀ ਉਹਦਾ ਵਿਛੋੜਾ ਨਹੀਂ ਹੁੰਦਾ। ਜਨਮ ਜਨਮ ਕੇ ਵਿਛੜੇ ਜਨ ਮਿਲੇ, ਨਾਨਕ ਸਹਿਜ ਸੁਭਾਏ। ਸਹਿਜ ਅਵਸਥਾ ਦੇ ਵਿੱਚ ਉਹ ਸ਼ੋਭਾ ਪ੍ਰਾਪਤ ਕਰਦਾ ਹੈ ਜੀ। ਆਇਆ ਲਗਨ ਗਣਾਏ, ਹਿਰਦੈ ਤਨ ਓ ਮਾਹੀਆ ਬਲਰਾਮ ਜੀਓ। ਪੰਡਿਤ ਪਾਂਦੇ ਆਣ, ਪੱਤੀ ਬਹਿਵਾ ਚਾਈਆ ਬਲਰਾਮ ਜੀਓ। ਜਿਵੇਂ ਬਾਹਰ ਦਾ ਲਗਨ ਬਣਾਉਣਾ ਹੁੰਦਾ ਤੇ ਫਿਰ ਪੰਡਤ ਨੂੰ ਸੱਦਿਆ ਜਾਂਦਾ ਹੈ ਕਿ ਪੰਡਤ ਜੀ ਆਓ, ਪੱਤਰੀ ਬਣਾਓ ਤੇ ਦੇਖੋ ਇਹਨਾਂ ਦਾ ਕਿਹੜਾ ਦਿਨ, ਕਿਹੜਾ ਵੇਲਾ, ਕਿਹੜਾ ਮਹੀਨਾ, ਕਿਹੜਾ ਸਾਲ ਤੇ ਕਿਹੜਾ ਮਹੂਰਤ ਉਚਿਤ ਰਹੇਗਾ। ਤੇ ਫਿਰ ਜੇ ਪੰਡਤ ਉਸ ਸਮੇਂ ਦੱਸ ਦਿੰਦਾ ਸੀ ਜੀ ਭਾਈ ਫਲਾਣਾ ਮਹੂਰਤ ਇਹ ਠੀਕ ਹੈ, ਇਹ ਹੋ ਜਾਏਗਾ ਕਾਰਜ, ਇਹੀ ਠੀਕ ਹੈ ਸਮਾਂ, ਤੇ ਉਸ ਵੇਲੇ ਫਿਰ ਉਹ ਖੁਸ਼ੀ ਤੇ ਉਮਾ ਚਾਹ ਦੇ ਵਿੱਚ ਉੱਠ ਖੜਦੇ ਸਨ ਕਿ ਹਾਂ ਇਹ ਹੁਣ ਕਾਰਜ ਹੋਏਗਾ ਹੀ ਹੋਏਗਾ। ਹੁਣ ਜਿਹੜਾ ਗੁਰੂ ਕਾ ਸਿੱਖ ਸੰਗਤ ਵਿੱਚ ਆ ਗਿਆ, ਤੇ ਸੰਗਤ ਵਿੱਚ ਪੰਡਤ ਕਿਹੜੇ ਨੇ ਜੀ? ਆਈ ਪੰਡਤ ਨੇ ਜਿਹੜੇ ਤੁਸੀਂ ਜਿਨ੍ਹਾਂ ਦੇ ਵਿੱਚ ਬੈਠੇ ਹੋਏ ਹੋ ਨਾਲ। ਬਸ ਇਹਨਾਂ ਨੇ ਤੁਹਾਡਾ ਕਾਰਜ ਸਫਲ ਕਰ ਦੇਣਾ। ਇਹਨਾਂ ਦੇ ਸਦਕੇ ਹੀ ਦਿਨ, ਉਹ ਸਾਲ, ਉਹ ਮਹੀਨਾ ਨਿਯਤ ਹੋ ਜਾਣਾ ਜਦ ਅੰਦਰ ਪ੍ਰਭੂ ਦਾ ਨਾਮ ਵਸ ਜਾਣਾ। ਪਰ ਉਹ ਕਿਸੇ ਨੂੰ ਪਤਾ ਨਹੀਂ ਹੈ। ਇਸ ਕਰਕੇ ਇੱਥੇ ਆ ਕੇ ਉਮ ਕਿਉ ਹਿਓ ਮਿਲਨ ਪ੍ਰਭ ਤਾਈ, ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਸੁਨਤ ਸੰਦੇਸਰੋ ਪ੍ਰਿਆ ਗ੍ਰਹਿ ਸੇਜ ਵਿਛਾਈ, ਭ੍ਰਮ ਭ੍ਰਮ ਆਇਓ ਤੋ ਨਦਰ ਨਾ। ਹੁਣ ਮੈਂ ਇੱਥੇ ਆ ਗਿਆ, ਮੈਨੂੰ ਇੱਥੇ ਹੁਣ ਗਿਆਨਵਾਨ ਪੰਡਤ ਮਿਲ ਗਿਆ। ਸੋ ਪੰਡਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮਹਿਸੂਦ ਹੈ। ਉਹ ਪੰਡਤ ਦਾ ਜ਼ਿਕਰ ਗੁਰੂ ਰਾਮਦਾਸ ਜੀ ਕਰਦੇ। ਆਇਆ ਲਗਨ ਗਣਾਏ, ਹਿਰਦੈ ਧਨ ਉਮਾਹੀਆ ਬਲਰਾਮ ਜੀਓ। ਇਹ ਮਿਲਾਪ ਹੋ ਗਿਆ, ਇਹ ਪੂਰਾ ਮੇਲ ਮਿਲਾਪ ਹੋ ਗਿਆ, ਸੰਗਮ ਹੋ ਗਿਆ ਸੰਗਤ ਦਾ। ਅੰਦਰ ਚਾਹ ਉਮਾਹੀਆ ਦਾ ਮਤਲਬ ਚਾਹ ਪੈਦਾ ਹੋਇਆ। ਪੰਡਤ ਪਾਂਦੇ ਆਣ, ਪੱਤੀ ਬਹਿ ਵਾਚਾਈਆ ਬਲਰਾਮ ਜੀਓ। ਹੁਣ ਪੁੱਛਿਆ ਕਿ ਸਖੀ ਨੂੰ ਕਿ ਤੂੰ ਦੱਸ ਪ੍ਰਭੂ ਕਿਵੇਂ ਮਿਲੇਗਾ। ਜਿਸ ਤਰ੍ਹਾਂ ਪੰਡਤ ਨੂੰ ਪੁੱਛਦੇ ਹਾਂ ਕਿ ਕਿਹੜੀ ਤਰੀਕ, ਕਿਹੜਾ ਦਿਨ, ਤੇ ਫਿਰ ਇੱਥੇ ਧਨ ਰੂਪੀ ਇਹ ਇਸਤਰੀਆਂ, ਇਹ ਜੀਵ ਇਸਤਰੀਆਂ, ਇਹ ਬੰਦਗੀ ਕਰਨ ਵਾਲੀਆਂ, ਇਹ ਲਾਹਾ ਦੱਸਦੀਆਂ ਨੇ ਕਿ ਇਵੇਂ ਮਿਲੇਗਾ ਜੀ। ਪੱਤੀ ਵਾਚਾਈ ਮਨ ਵਜੀ ਵਾਧਾਈ, ਜਬ ਸਾਜਨ ਸੁਣੇ ਘਰ ਆਏ। ਗੁਣੀ ਗਿਆਨੀ ਬਹਿ ਮਤਾ ਪਕਾਇਆ, ਫੇਰੇ ਤਤ ਦਿਵਾਏ। ਪੱਤੀ ਤੇ ਪਤੀ ਬੜਾ ਫਰਕ ਹੈ। ਪਤੀ ਨਹੀਂ ਪੜਨਾ, ਪੱਤੀ। ਪੱਤੀ ਪੱਤੇ ਤੋਂ ਪੱਤੀ ਬਣੀ ਹੈ। ਉਹ ਕਾਗਜ਼ ਜਿਹਦੇ ਉੱਤੇ ਉਹ ਲਕੀਰਾਂ ਜੀਆਂ ਖਿੱਚ ਕੇ ਤੇ ਫਿਰ ਗ੍ਰਹਿ ਜੇ ਗਿਣਤੀਆਂ ਮਿਣਤੀਆਂ ਬਣਾ ਕੇ ਤੇ ਉਹ ਪੱਤੀ ਬਣ ਜਾਂਦੀ ਹੈ। ਭਾਵ ਜਿਹਨੂੰ ਆਪਾਂ ਇਸ ਰੂਪ ਦੇ ਵਿੱਚ ਕਈ ਤਰ੍ਹਾਂ ਦੇ ਨਾਮ ਦਿੰਦੇ ਆ ਜੀ, ਕੁੰਡਲੀ ਕਿਹੜੀ ਹੈ ਜੀ, ਕੀ ਚੀਜ਼ ਹੈ। ਤੇ ਇਹਨੂੰ ਫਿਰ ਕਿਹਾ ਕਿ ਜਿਹੜੀ ਮਨ ਰੂਪੀ ਪੱਤੀ ਹੈ, ਮਨ ਦੇ ਉੱਤੇ ਜੋ ਲਿਖਿਆ ਹੋਇਆ ਸੀ ਉਹ ਸੰਗਤ ਦੇ ਵਿੱਚ ਬੈਠ ਕੇ ਦੇਖ ਲਈ ਕਿ ਭਾਈ ਕਿੰਨੇ ਅਵਗੁਣ ਸੀ, ਕਿੰਨੇ ਗੁਣ ਸਨ। ਇਹ ਪ੍ਰਗਟ ਹੋ ਗਿਆ ਕਿ ਇੰਨਾ ਕਰਕੇ ਮੈਨੂੰ ਰੱਬ ਨਹੀਂ ਮਿਲ ਰਿਹਾ ਸੀ, ਮੇਰਾ ਇਹ ਕਾਰਜ ਨਹੀਂ ਹੋ ਰਿਹਾ ਸੀ, ਹੁਣ ਇਹਨਾਂ ਗੁਣਾਂ ਕਰਕੇ ਪ੍ਰਭੂ ਮਿਲ ਜਾਏਗਾ। ਪੱਤੀ ਵਾਚਾਈ ਮਨ ਵਜੀ ਵਧਾਈ, ਜਬ ਸਾਜਣ ਸੁਣੇ ਘਰ ਆਏ। ਨਾ ਗੁਣਾਂ ਦੇ ਨਾਲ ਸਹਿਜ ਸੰਤੋਖ ਸ਼ਿੰਗਾਰਿਆ, ਮਿੱਠਾ ਬੋਲਣੀ, ਗੁਣਾਂ ਦੇ ਨਾਲ ਪ੍ਰਭੂ ਵਸੇਗਾ। ਗੁਣੀ ਗਿਆਨ ਬਹਿਮਤਾ ਪਕਾਇਆ, ਫੇਰੇ ਤਤ ਦਿਵਾਏ। ਕਹਿੰਦੇ ਇਸ ਕਰਕੇ ਫਿਰ ਹੁਣ ਮੈਂ ਗੁਣਾਂ ਦੀ ਸੰਗਤ ਵਿੱਚ ਆ ਗਈਆਂ। ਗੁਣਾ ਕਾ ਹੋਵੈ ਵਾਸਲਾ ਕੜਵਾਸ ਬਹੀਜੈ, ਜੇ ਗੁਣ ਹੋਵੈ ਸੱਜਣਾ ਮਿਲ ਸਾਂਝ ਕਰੀਜੈ। ਹੁਣ ਮੈਂ ਗੁਣੀ ਗਿਆਨੀਆਂ ਨਾਲ, ਗੁਰਮੁਖਾਂ ਨਾਲ ਬਹਿ ਕੇ ਸਾਂਝ ਕਰਦੀਆਂ। ਫੇਰੇ ਤਤ ਦਿਵਾਏ, ਉਹਨਾਂ ਦੀਆਂ ਗੁਣ ਰੂਪੀ ਗੱਲਾਂ ਸੁਣ ਕੇ ਮੈਨੂੰ ਐਂ ਲੱਗਦਾ ਮੈਨੂੰ ਪ੍ਰਭੂ ਹੁਣੇ ਹੀ ਮਿਲ ਜਾਏਗਾ, ਹੁਣ ਸੌਖਾ ਮਿਲ ਜਾਏਗਾ। ਤਤਕਾਲ ਹੀ ਮੇਰੇ ਅੰਦਰ ਪ੍ਰਭੂ ਦਾ ਮਿਲਾਪ ਹੋਏਗਾ ਜੀ। ਵਰ ਪਾਇਆ ਪੁਰਖ ਅਗੰਮ ਅਗੋਚਰ, ਸਦ ਨਵ ਤਨ ਬਾਲ ਸਖਾਈ। ਨਾਨਕ ਕਿਰਪਾ ਕਰਕੇ ਮਿਲੇ, ਵਿਛੜ ਕਦੇ ਨਾ ਜਾਈ। ਇਸ ਰੂਪ ਦੇ ਵਿੱਚ ਵਰ ਪ੍ਰਭੂ ਮਿਲ ਗਿਆ, ਜਿਹੜਾ ਪੁਰਖ ਹੈ, ਖੱਖੇ ਨੂੰ ਔਂਕੜ ਇੱਕੋ ਹੀ ਹੈ ਪੁਰਖ।
ਅਗੰਮ ਹੈ, ਅਗੋਚਰ ਹੈ, ਜਿਹਨੂੰ ਪਾ ਨਹੀਂ ਸਕਦਾ, ਉਹ ਮੈਨੂੰ ਮਿਲ ਗਿਆ ਇਹਨਾਂ ਗੁਣਾਂ ਦੇ ਨਾਲ। ਸਦ ਨਵਤਨ ਬਾਲ ਸਿਖਾਈ, ਸਦਾ ਹੀ ਨਵਾਂ ਹੈ ਸਾਹਿਬ ਮੇਰਾ ਨੀਤ ਨਵਾਂ। ਬਾਲ ਸਿਖਾਈ ਮੇਰੀ ਬਚਪਨ ਦਾ ਮਿੱਤਰਤਾ ਹੈ, ਭਾਵ ਮੈਂ ਵਿਛੜ ਕੇ ਆਈ ਸੀ ਤਾਂ ਮੈਂ ਹੁਣ ਮਿਲਣ ਲੱਗੀ ਹਾਂ। ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ। ਕਿਰਪਾ ਕਰਕੇ ਪ੍ਰਭੂ ਜੀ ਮੇਲ ਲੇਗਾ, ਜਿਹਨੂੰ ਮੇਲ ਲੇਗਾ ਫਿਰ ਵਿਛੜ ਕਦੇ ਨਾ ਜਾਈ। ਨਾਨਕ ਗੁਰਮੁਖ ਮਿਲ ਰਿਹਾ ਹੈ, ਫਿਰ ਵਿਛੋੜਾ ਕਦੇ ਨਾ ਹੋਏ, ਫਿਰ ਵਿਛੋੜਾ ਨਹੀਂ ਹੁੰਦਾ। ਕੱਲ੍ਹ ਲਾਵਾਂ ਦੇ ਪਾਠ ਦੀ ਆਰੰਭਤਾ ਹੈ ਜੀ। ਧੰਨਵਾਦ ਹੈ ਆਪ ਸਾਰਿਆਂ ਦੇ ਮਾਣ ਪਿਆਰ ਦਾ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਓ। ਧੰਨਵਾਦ ਭਾਈ ਸਾਹਿਬ ਭਾਈ ਰਾਜਵਿੰਦਰ ਸਿੰਘ ਹੋਰਾਂ ਦਾ। ਸਮੁੱਚੇ ਤੌਰ 'ਤੇ ਸਾਰਿਆਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਪ ਸੰਗਤਾਂ